ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮਿੱਟੂ ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿਕਾਰ। ਮੈਨੂੰ ਕੱਲ ਆਪਾਂ ਡਿਟੇਲ 'ਚ ਗੱਲ ਕੀਤੀ ਸੀਗੀ ਜਿਹੜੀ ਅਗਨੀਪਥ ਯੋਜਨਾ ਬਾਰੇ, ਹੈ ਨਾ। ਉਹਦੀ ਉਮਰ ਵੀ ਪਤਾ ਲੱਗਾ ਕਿ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਉਮਰ 21 ਅਤੇ 17 ਤੋਂ 21 ਸਾਲ ਛੋਟੀ ਜਾਪਦੀ ਹੈ, ਅਲੜ ਵਰੇਸ ਹੈ, ਪਰ 23 ਸਾਲ ਕਰ ਦਿੱਤੀ ਗਈ ਵੀ ਪਤਾ ਲੱਗਾ। ਪਰ ਦੂਜੇ ਪਾਸੇ ਵਿਰੋਧ ਬੜਾ ਜ਼ਬਰਦਸਤ ਹੋ ਰਿਹਾ, ਖਾਸ ਤੌਰ 'ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਉਹਨਾਂ ਨੂੰ ਲੈ ਕੇ ਕੁਝ ਮਤਲਬ ਬਹੁਤ ਵੱਡਾ ਵਿਰੋਧ ਹੋਇਆ। ਹਾਂਜੀ, ਮਤਲਬ ਸਾੜ ਭੂਖ ਦੀਆਂ ਘਟਨਾਵਾਂ ਨਾਰਮਲ ਜਿਹੀਆਂ ਹੋ ਜਾਂਦੀਆਂ ਨੇ। ਪੰਜਾਬ ਦੇ ਕੁਝ ਸਾਬਕਾ ਫੌਜੀ ਅਧਿਕਾਰੀਆਂ ਵੱਲੋਂ ਵੀ ਇਸ ਅਗਨੀਪਥ ਯੋਜਨਾ ਦਾ ਵਿਰੋਧ ਕੀਤਾ ਗਿਆ। ਕੀ ਕਹਿਣਾ ਚਾਹੋਗੇ? ਹਾਂਜੀ, ਬਿਲਕੁਲ। ਉਹਨਾਂ ਦੇ ਵਿੱਚ ਅਮਰਿੰਦਰ ਸਿੰਘ ਵੀ ਸ਼ਾਮਲ ਨੇ, ਜਿਹੜੇ ਸਾਬਕਾ ਚੀਫ ਮਿਨਿਸਟਰ ਵੀ ਹੈ ਤੇ ਸਾਬਕਾ ਫੌਜੀ ਅਧਿਕਾਰੀ। ਜੀ 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 ਜੀ। ਇਸ ਤੋਂ ਇਲਾਵਾ ਮੇਜਰ ਜਨਰਲ ਰਿਟਾਇਰਡ ਜਿਹੜੇ ਅਜੇ ਦਵੇਦੀ ਜੀ, ਲੈਫਟੀਨੈਂਟ ਜਨਰਲ ਰਿਟਾਇਰਡ RS ਸੁਜਲਾਨਾ ਜੀ। ਮਤਲਬ ਕਿ ਇਹਨਾਂ ਨੇ ਕਹਿ ਲਈਏ ਕਿ ਜੋ ਓਵਰਵਿਊ ਹੈ ਉਹ ਇਹ ਹੋਇਆ ਕਿ ਇਹਨਾਂ ਨੇ ਸਵਾਲ ਖੜੇ ਕੀਤੇ ਨੇ ਇਸ ਯੋਜਨਾ ਤੇ ਜਾਂ ਇਸ ਸਕੀਮ ਤੇ ਕਿ ਸੇਵਾ ਦੀ ਮਿਆਦ, ਸਿਖਲਾਈ, ਜੰਗੀ ਸਬੰਧਾਂ, ਦਿੱਲੀ ਮੋਰਚਾ ਤੇ ਜੋ ਨਿਪੁੰਨਤਾ ਚਾਹੀਦੀ ਹੈ। ਇਹ ਸਾਰੇ ਸੰਦਰਭ ਐਸੇ ਸੰਦਰਭ ਨੇ ਕਿ ਜਿਨ੍ਹਾਂ ਦੇ ਵਿੱਚ ਇਹ ਜਿਹੜੀ ਠੇਕੇ ਤੇ ਫੌਜ ਦੀ ਭਰਤੀ ਆ ਉਹ ਖਰੀ ਨਹੀਂ ਉਤਰਦੀ। ਸੋ ਇਹ ਨੁਕਤੇ ਦੇ ਨਾਲ ਦੇ ਜੇ ਆਪਾਂ ਡਿਟੇਲ 'ਚ ਜਾਵਾਂਗੇ ਤਾਂ ਮੇਰੇ ਖਿਆਲ ਦੇ ਨਾਲ ਠੀਕ ਨਹੀਂ, ਬਸ ਓਵਰਵਿਊ ਆਪਾਂ ਇੱਕ ਲੈ ਲੈਂਦੇ ਹਾਂ। ਪਰ ਜਿਹੜੀ ਗੱਲ ਇਹ ਆ ਕਿ ਦੇਖੋ, ਇਸ ਵੇਲੇ ਹੱਕ ਦੇ ਵਿੱਚ ਤਰਕ ਜਿਹੜੇ ਆ ਉਹ ਬਥੇਰੇ ਦਿੱਤੇ ਜਾਂਦੇ ਆ। ਜਿੱਦਾਂ ਤੁਸੀਂ ਉਮਰ ਦਾ ਕਿਹਾ ਕਿ ਉਹ ਸ਼ਾਇਦ ਹੀ ਕਰ ਦਿੱਤੀ ਹੈ, ਉਹਦਾ ਕਾਰਨ ਸੀ। ਕਾਰਨ ਕੀ ਹੈ ਕਿ ਇੱਕ ਲੌਜਿਕ ਦਿੱਤਾ ਜਾਂਦਾ ਹੈ। ਹਾਲਾਂਕਿ ਇਸ ਦੇਸ਼ ਦੇ ਵਿੱਚ ਲੌਜਿਕ ਤੇ ਸੰਵਾਦ ਖਤਮ ਹੋ ਚੁੱਕਾ ਤਕਰੀਬਨ, ਪਰ ਫਿਰ ਵੀ ਕਿਤੇ ਬਚਿਆ ਕੁਚਿਆ ਆ ਜਾਂਦਾ ਹੈ। ਲੌਜਿਕ ਜਿਹੜਾ ਹੈ ਉਹ ਇਹ ਦਿੱਤਾ ਜਾਂਦਾ ਹੈ ਕਿ ਸਾਡੀ ਆਰਮੀ ਦੀ ਜਿਹੜੀ ਐਵਰੇਜ ਉਮਰ ਆ ਉਹ ਕਹਿ ਲਓ ਕਿ ਅਪ ਟੂ 30 ਜਾਂ 32, ਤਾਂ ਉਹਨੂੰ ਲੈ ਕੇ ਆਉਣਾ ਵਾ ਥੱਲੇ। ਇਸ ਸਕੀਮ ਦੇ ਨਾਲ ਉਹ ਐਵਰੇਜ ਜਿਹੜੀ ਆ ਜਾਏਗੀ ਉਹ ਆ ਜਾਏਗੀ 25 ਤੇ 26 ਦੇ ਦਰਮਿਆਨ। ਹੁਣ ਇੱਥੇ ਬੜਾ ਸਿੰਪਲ ਇੱਕ ਫੰਡਾ ਲਾਗੂ ਕਰ ਸਕਦੇ ਹੋ ਤੁਸੀਂ ਕਿ ਜੇ 17 ਤੋਂ 21 ਤੇ ਹੁਣ 21 ਤੋਂ 23 ਤੁਹਾਡੇ ਮੁਤਾਬਕ, ਪਰ ਜੇ ਇਸ ਉਮਰ ਨੂੰ ਤੁਸੀਂ 25, 26, 27 ਵੀ ਕਰ ਦੋਗੇ ਨਾ, ਤਦ ਵੀ ਐਵਰੇਜ ਇਹੀ ਆਣੀ ਹੈ, ਉੱਥੇ ਜੇ ਆ ਜਾਏ ਤਾਂ ਫਿਰ 8 ਸਾਲ ਕਰ ਦੋ, 10 ਸਾਲ ਕਰ ਦੋ। ਮਤਲਬ ਕਿ ਜੋ ਸਰਵਿਸ ਦਾ ਕਾਲ ਖੰਡ ਹੈ, ਜੋ ਉਹਦਾ ਇੱਕ ਵਕਬਾ ਹੈ, ਉਹਨੂੰ ਵਧਾ ਦਿਓ, ਐਕਸਟੈਂਡ ਕਰ ਦੋ। ਨਾਲੇ ਉਹਦੇ ਚ ਕੀ ਹੋਏਗਾ ਕਿ ਜੇ ਮੰਨ ਲਓ ਕਿਸੇ ਨੇ ਗ੍ਰੈਜੂਏਸ਼ਨ ਕਰਕੇ ਆਉਣੀ, ਉਹ ਵੀ ਆ ਜਾਵੇ 2-4 ਸਾਲ ਵਾਸਤੇ, ਫਿਰ ਉਹਨੂੰ ਵੀ ਮੌਕਾ ਮਿਲ ਜਾਵੇ। ਕਹਿੰਦੇ ਯਾਰ +2 ਵਾਲਾ ਕਿਉਂ? ਤੇ ਸਾਡਾ ਆਪਣਾ ਤਰਕ ਹੈ। ਦੂਜੀ ਚੀਜ਼ ਜਿਹੜੀ ਹੈ, ਦੇਖੋ ਬੜੇ ਮੈਂ ਤੇ ਮੱਧਕਾਲੀਨ ਯੁੱਗ ਦੇ ਵਿੱਚ ਪੜ੍ਹਿਆ ਇਤਿਹਾਸ ਦੇ ਵਿੱਚ ਕਿ ਫੌਜਾਂ ਕਿਰਾਏ ਤੇ ਦਿੱਤੀਆਂ ਜਾਂਦੀਆਂ ਸੀ, ਜਾਂ ਰਾਜੇ ਮਹਾਰਾਜੇ, ਰਿਆਸਤੀ ਸੁਲਤਾਨ ਉਹ ਇੱਕ ਦੂਜੇ ਤੋਂ ਲੈ ਲਿਆ ਕਰਦੇ। ਹਾਂਜੀ ਹਾਂਜੀ। ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਦੂਜੇ ਸੰਸਾਰ ਜੰਗ ਦੇ ਵਿੱਚ ਵੀ ਭਰਤੀ ਇਸ ਤਰ੍ਹਾਂ ਹੀ ਹੋਈ। ਬਹੁਤ ਸਾਰੇ ਫੌਜੀ ਜਿਹੜੇ ਨੇ ਉਹ ਵਾਪਸ ਆ ਗਏ, ਥੋੜੇ ਜਿਹੇ ਰੱਖੇ ਸੀ ਉਹਨਾਂ ਨੇ ਬੋਲਿਆ ਪੱਕੇ। ਤੇ ਇਹ ਦੱਸ ਦੇਣਗੇ ਤੁਹਾਨੂੰ, ਜੇ ਕੋਈ ਆਰਮੀ ਮੈਨ ਇੱਥੇ ਹੋਇਆ ਲਿਸਨਰ ਦੱਸ ਦੇਗਾ ਤੁਹਾਨੂੰ। ਔਰ ਕਮਾਲ ਦੀ ਗੱਲ ਇਹ ਸੀਗੀ ਕਿ ਜਿਹੜੀ ਵੱਢ ਟੁੱਕ ਹੋਈ 47 ਵੇਲੇ, ਤਾਂ ਇੱਕ ਕਾਰਨ ਦਿੱਤਾ ਜਾਂਦਾ ਇਤਿਹਾਸਕਾਰਾਂ ਨੂੰ ਕਿ ਬਹੁਤ ਸਾਰੇ ਬੰਦੇ ਜਿਹੜੇ ਆ ਉਹ ਸ਼ਸਤਰਾਂ ਦੀ ਸਿਖਲਾਈ ਯਾਫਤਾ ਸਨ। ਔਰ ਇਹਦੇ ਵਿੱਚ ਨਥੂਰਾਮ ਗੋਡਸੇ ਵੀ ਸ਼ਾਮਲ ਸੀਗਾ। ਹੋਰ ਦੱਸਾਂ ਤੁਹਾਨੂੰ, ਇਹਨਾਂ ਕੰਢੇ ਹੋਏ ਬੰਦਿਆਂ ਚੋਂ ਨਥੂਰਾਮ ਗੋਡਸੇ ਇੱਕ ਸੀਗਾ। ਗੋਡਸੇ ਦਾ ਭਰਾ ਜਿਹੜਾ ਸੀਗਾ ਨਾਰਾਇਣ ਆਪਟੇ, ਉਹ ਵੀ ਇੱਕ ਸੀਗਾ। ਬਲਕਿ ਇਹਨਾਂ ਨੇ ਇੱਕ ਬੰਦੂਕ ਜਿਹੜੀ ਉੱਥੋਂ ਲਿਆਂਦੀ ਸੀ ਉਹ ਵੀ ਜਮਾ ਨਹੀਂ ਸੀ ਕਰਾਈ, ਉਹ ਨੱਪੀ ਸੀ। ਪਹਿਲਾਂ ਮਹਾਤਮਾ ਗਾਂਧੀ ਨੇ ਉਹਦੇ ਨਾਲ ਮਾਰਨਾ ਸੀਗਾ, ਉਹ ਕੱਢ ਕੇ ਲਿਆਂਦੀ ਸੀਗੀ ਕਿਉਂਕਿ ਇਹਨਾਂ ਦਾ ਇੱਕ ਭਰਾ ਸੀ ਵੱਡਾ ਵਿਨਾਇਕ। ਉਹਨੇ ਆਖਿਆ ਸੀ ਇਹਨੂੰ ਦੱਬ ਦਿਓ ਜ਼ਮੀਨ ਹੇਠਾਂ। ਤੇ ਜਦੋਂ ਉਹ ਫਿਰ ਕੱਢੀ ਤਾਂ ਉਦੋਂ ਜੰਗਾਲ ਲੱਗ ਚੁੱਕਾ ਸੀ। ਉਸ ਤੋਂ ਬਾਅਦ ਹੀ ਫਿਰ ਜਿਹੜਾ ਬਰੇਟਾ ਇਸਤੇਮਾਲ ਕੀਤਾ ਗਿਆ ਉਹਦੇ ਵਿੱਚ। ਸੋ ਗੱਲ ਇਹ ਆ ਕਿ ਇਹ ਸਾਰਾ ਮਸਲਾ ਜਿਹੜਾ ਉਹ ਕੁਝ ਇਸ ਕਿਸਮ ਦਾ ਹੈ ਕਿ ਜੇ ਇਤਿਹਾਸ ਦੇ ਵਿੱਚ ਦੇਖੋਗੇ ਤਾਂ ਏਦਾਂ ਦੀਆਂ ਸਕੀਮਾਂ ਤੇ ਜ਼ਰੂਰ ਨਜ਼ਰ ਆਉਂਦੀਆਂ। ਮੱਧਕਾਲੀਨ ਚੋਂ ਵੀ ਮੈਂ ਤੁਹਾਨੂੰ ਉਦਾਹਰਨ ਦੇ ਦਿੱਤੀ, ਆਧੁਨਿਕ ਯੁੱਗ ਚੋਂ ਵੀ ਦੇ ਦਿੱਤੀ। ਪਰ ਮਸਲਾ ਇਹ ਹੈ ਕਿ ਇਹਦੇ ਨਾਲ ਜੁੜੇ ਕੁਝ ਸਵਾਲ ਸੀ ਜਿਹੜੇ ਪਹਿਲਾਂ ਹੱਲ ਕਰ ਲੈਂਦੇ। ਮੇਨ ਗੱਲ ਕੀ, ਫੌਜ ਕਿਹਨੇ ਜਾਣਾ? ਜਵਾਨ ਨੇ।
ਜੈ ਜਵਾਨ ਜੈ ਕਿਸਾਨ। ਪਹਿਲੀ ਗੱਲ ਤੇ ਇਹ 90% ਲੀਡਰਾਂ ਨੂੰ ਪਤਾ ਹੀ ਨਹੀਂ ਹੋਣਾ ਇਸ ਨਾਰੇ ਦਾ ਇਹਦਾ ਮਤਲਬ ਕੀ ਹੈ, ਜੈ ਜਵਾਨ ਜੈ ਕਿਸਾਨ। ਅੱਛਾ, ਦੂਜੀ ਚੀਜ਼ ਇਹ ਹੈ ਕਿ ਜਿਹਨਾਂ ਨੂੰ ਤੁਸੀਂ ਮੱਦੇਨਜ਼ਰ ਰੱਖ ਕੇ ਸਕੀਮ ਲੈ ਕੇ ਆ ਰਹੇ ਹੋ, ਤੁਸੀਂ ਘੱਟੋ ਘੱਟ ਉਹਨਾਂ ਦਾ ਪੁਆਇੰਟ ਆਫ ਵਿਊ ਇਸ ਸੰਦਰਭ ਚ ਵੇਖੋ। ਸਾਬਕਾ ਫੌਜੀ ਅਧਿਕਾਰੀ ਆ, ਉਹਨਾਂ ਕੋਲੋਂ ਹਾਂ ਮੈਂ ਸਮਝਦੇ ਹਾਂ ਕਿ ਪੈਨਸ਼ਨ ਦਾ ਇੱਕ ਬਜਟ ਜਾਂਦਾ ਹੈ, ਉਹ ਡਿਫੈਂਸ ਦਾ ਬਜਟ ਹਰੇਕ ਸਾਲ ਵੱਧਦਾ ਹੈ, ਉਹ ਠੀਕ ਆ, ਉਹਨੂੰ ਕਿਵੇਂ ਅੰਡਰ ਕੰਟਰੋਲ ਕਰਨਾ ਸਰਕਾਰ ਵਾਸਤੇ ਇੱਕ ਚਿੰਤਾ ਦਾ ਵਿਸ਼ਾ ਹੈ, ਕਿਉਂਕਿ 1.25 ਲੱਖ ਕਰੋੜ ਕੋਈ ਛੋਟਾ ਬਜਟ ਨਹੀਂ ਹੈ ਪੈਨਸ਼ਨ ਦਾ ਕਿਸੇ ਮੁਲਕ ਵਾਸਤੇ। ਪਰ ਉਹਦੇ ਵਾਸਤੇ ਕੁਝ ਹੋਰ ਚੀਜ਼ਾਂ ਇਸ ਤਰ੍ਹਾਂ ਕੀਤੀਆਂ ਜਾ ਸਕਦੀਆਂ। ਤਾਂ ਤੁਸੀਂ ਜੋ ਰਾਏ ਸ਼ੁਮਾਰੀ ਕਰਨੀ ਸੀਗੀ ਉਹ ਕਰਨ ਦੀ ਥਾਂ ਤੇ ਆਪਣੇ ਪੱਧਰ ਤੇ ਪਾਲਿਸੀ ਉਹ ਲਿਖਦੇ ਆ। ਇਹ ਸਭ ਤੋਂ ਵੱਡੀ ਗਲਤੀ ਹੈ ਕਿ ਜੋ ਕਰਨਾ ਸੀਗਾ ਤਾਂ ਰਾਏ ਸ਼ੁਮਾਰੀ ਇਸ ਤਰ੍ਹਾਂ ਦੀ ਕੀਤੀ ਜਾਂਦੀ ਕਿ ਐਕਸਪਰਟ ਉਹਦੇ ਵਿੱਚ ਆਪਣੀ ਐਕਸਪਰਟੀ ਦੇ ਆਧਾਰ ਤੇ ਕੁਝ ਆਪਣੇ ਨਜ਼ਰੀਏ ਜਿਹੜੇ ਉਹ ਸ਼ਾਮਲ ਕਰਵਾਉਂਦੇ। ਤਾਂ ਸ਼ਾਇਦ ਨੌਜਵਾਨ ਵੀ ਸ਼ਾਮਲ ਕਰ ਲਿਆ ਜਾਂਦਾ, ਕੋਈ 10 ਸਾਲ ਦਾ ਉਹਨਾਂ ਨੂੰ ਸਰਵਿਸ ਪੀਰੀਅਡ ਦਿੱਤਾ ਜਾਂਦਾ। ਕਿਉਂਕਿ ਇਹਦੇ 'ਚ ਇੱਕ ਚੀਜ਼ ਹੋਰ ਹੈ, ਮੈਂ ਪੜ੍ਹਿਆ ਉਹ ਥੋੜਾ ਜਿਹਾ, ਕੱਲ ਥੋੜਾ ਜਿਹਾ ਸਮਾਂ ਲੱਗਿਆ, ਤਾਂ ਹੁਣ ਜੇ ਤੁਸੀਂ ਉਹ ਪੜ੍ਹੋਗੇ ਤਾਂ ਅੰਡਰ ਦਾ ਅਗਨੀਪਥ ਸਕੀਮ ਦਾ ਅਗਨੀਵੀਰਸ ਵਿਲ ਬੀ ਐਨਰੋਲਡ ਇਨ ਦਾ ਫੋਰਸਸ ਅੰਡਰ ਰਿਸਪੈਕਟਿਵ ਸਰਵਿਸ ਐਕਟ ਫॉर a period of 4 years. They would form a distinct rank in the armed forces, different from any other existing ranks upon the completion of 4 years of service. ਇਹਦਾ ਮਤਲਬ ਹੋਣਾ ਆਪ ਹੀ ਸੁਣੀਏ। ਸੋ ਅੱਗੇ ਜੇ ਤੁਸੀਂ ਚੀਜ਼ਾਂ ਪੜ੍ਹੋਗੇ ਤਾਂ ਸਾਫ਼ ਤੌਰ ਤੇ ਕਹਿ ਰਹੇ ਆ ਕਿ ਇਹਨਾਂ ਲਈ ਰੈਂਕ ਜਿਹੜਾ ਅੱਡ ਹੋਏਗਾ, ਠੀਕ ਹੈ ਨਾ ਜੀ। ਇਹਨਾਂ ਲਈ ਮਤਲਬ ਕਿ ਵਰਦੀ ਵੀ ਜਿਹੜੀ ਆ ਉਹ ਰੈਗੂਲਰ ਫੌਜੀਆਂ ਤੋਂ ਅਲੱਗ ਹੋਏਗੀ, ਵਰਦੀ ਦੇ ਨਿਸ਼ਾਨ ਵੀ ਅਲੱਗ ਹੋਣਗੇ। ਸੋ ਗੱਲ ਇਹ ਹੈ ਕਿ ਇਹਦੇ ਵਿੱਚ ਤਾਂ ਫਿਰ ਉਹ ਫਰਕ ਆ ਜਾਏਗਾ ਨਾ ਕਿ ਜਿਵੇਂ ਮੰਨ ਲਓ ਹੁਣ ਇੱਕ ਰੈਗੂਲਰ ਮੁਲਾਜ਼ਮ ਹੈ ਤੇ ਦੂਸਰਾ ਕੱਚਾ ਮੁਲਾਜ਼ਮ ਹੈ, ਉੱਥੇ ਫਰਕ ਆ ਜਾਏਗਾ। ਆਰਮੀ ਦੇ ਵਿੱਚ ਫਰਕ ਨਹੀਂ ਪੈਣਾ ਚਾਹੀਦਾ। ਸੋ ਆਰਮੀ ਜਿਹੜੀ ਆ ਉਹ ਸਾਡੀ ਕਿਉਂਕਿ ਬਹੁਤ ਜ਼ਿਆਦਾ ਕਹਿ ਲਈਏ ਕਿ ਇੱਕ ਨਿਰਭਰ ਰਹਿਣ ਵਾਲੀ ਫੋਰਸ ਹੈ, ਉਹਦੇ ਨਾਲ ਐਕਸਪੈਰੀਮੈਂਟਲ ਹੋਣਗੇ ਤਾਂ ਸ਼ਾਇਦ ਠੀਕ ਨਹੀਂ ਹੋਏਗਾ। ਇਹੀ ਵਜ੍ਹਾ ਹੈ ਕਿ ਸੰਵਾਦ ਨਹੀਂ ਰਚਾਇਆ ਗਿਆ। ਨੌਜਵਾਨ ਜਿਨ੍ਹਾਂ ਨੇ ਉਸ ਮਤਲਬ ਕਿ ਸਕੀਮ ਨੂੰ ਅੱਗੇ ਲਿਜਾਣਾ ਹੈ ਉਹ ਖਫਾ ਹੋ ਗਏ ਨੇ। ਕੱਲ ਆਤਮ ਹੱਤਿਆ ਕੀਤੀ ਹੈ ਹਰਿਆਣੇ ਦੇ ਨੌਜਵਾਨ ਨੇ, ਜਿਹੜਾ ਕਿ ਫੌਜ ਦੀ ਭਰਤੀ ਦੀ ਤਿਆਰੀ ਕਰ ਰਿਹਾ ਸੀਗਾ। ਜਦੋਂ ਉਹਨੂੰ ਪਤਾ ਲੱਗਿਆ ਕਿ ਪੱਕਾ ਫੌਜੀ ਤੇ ਮੈਂ ਹੋ ਹੀ ਨਹੀਂ ਸਕਦਾ ਤਾਂ ਉਹਨੇ ਫਿਰ ਸੁਸਾਈਡ ਕਰ ਲਿਆ। ਔਰ ਭਰਤੀਆਂ ਬੰਦ ਕਰ ਰੱਖੀਆਂ ਨੇ ਪਿਛਲੇ 2-3 ਸਾਲ ਤੋਂ, ਵਿਦੇਸ਼ਤਾ 2-3 ਸਾਲ ਤੋਂ ਭਰਤੀਆਂ ਨਹੀਂ ਆਈਆਂ। ਔਰ ਅੱਗੇ ਹਰਿਆਣੇ ਦੇ ਵਿੱਚ ਇਸੇ ਤਰ੍ਹਾਂ ਇੱਕ ਬੱਚੇ ਨੇ ਟਰੈਕ ਜਿੱਥੇ ਉਹ ਤਿਆਰੀ ਕਰਦਾ ਸੀਗਾ ਉਹਦੇ ਲਾਗੇ ਹੀ ਫਾਹ ਲਾ ਲਿਆ ਸੀਗਾ ਤੇ ਧਰਤੀ ਤੇ ਲਿਖਿਆ ਸੀਗਾ ਕਿ ਪਿਤਾ ਜੀ ਮੈਨੂੰ ਮਾਫ ਕਰਨਾ, ਮੈਂ ਹੁਣ ਅਗਲੇ ਜਨਮ ਫੌਜੀ ਬਣਾਂਗਾ। ਕਿਉਂਕਿ ਓਵਰਏਜ ਹੋ ਜਾਂਦਾ ਨੇ, 21 ਸਾਲ ਤੋਂ ਬਾਅਦ ਓਵਰਏਜ ਹੋ ਜਾਏਗਾ ਮੁੰਡਾ। ਤਾਂ ਗੱਲ ਇਹ ਹੈ ਕਿ ਬਹੁਤ ਹੱਦ ਤੱਕ ਰੁਜ਼ਗਾਰ ਜੁੜਿਆ ਇਸ ਮਸਲੇ ਦੇ ਨਾਲ, ਜਜ਼ਬਾਤ ਜੁੜੇ ਆ। ਤੁਸੀਂ ਦੇਖੋ ਨਾ, ਮੈਂ ਅੱਗੇ ਵੀ ਕਹਿੰਦਾ ਮੇਰੇ ਆਪਣੇ ਤਰਕ ਨੇ, ਹੋ ਸਕਦਾ ਮੈਂ ਗਲਤ ਹੋਵਾਂ। 4 ਸਾਲ 5 ਸਾਲ ਤੁਸੀਂ ਫੌਜ ਦੀ ਵਰਦੀ ਆਪਣੇ ਸੀਨੇ ਤੇ ਪਾ ਕੇ ਰੱਖੀ ਹੈ, ਚਾਹੇ ਉਹ ਡਿਫਰੈਂਟ ਹੋਵੇ, ਪਰ ਬਾਅਦ ਦੇ ਵਿੱਚ ਤੁਹਾਨੂੰ ਕਿਸੇ ਰੈਸਟੋਰੈਂਟ ਦੇ ਅੱਗੇ ਖੜ ਕੇ ਸਿਕਿਉਰਿਟੀ ਗਾਰਡ ਦੇ ਵਜੋਂ ਸਲੂਟ ਮਾਰਨੇ ਪੈ, ਤੁਹਾਡਾ ਸਨਮਾਨ ਕੀ ਹੋਏਗਾ? ਮਿੰਟੂ ਜੀ, ਇਹ ਇੱਥੇ ਮੈਂ ਆ ਰਿਹਾ ਸੀ, ਤੁਸੀਂ ਮੇਰੇ ਮੂੰਹ ਦੀ ਗੱਲ ਲੈ ਲਈ ਕਿ ਬਹੁਤ ਸਾਰੇ ਐਕਸ ਸਰਵਿਸਮੈਨ ਜਿਹੜੇ ਫੌਜੀ ਸਰਵਿਸ ਕਰਕੇ ਆਏ ਨੇ, ਉਹ ਰੈਸਟੋਰੈਂਟ ਵੱਡੇ ਵੱਡੇ ਹੋਟਲਾਂ ਦੇ ਤੁਸੀਂ ਦੇਖਿਆ ਹੋਣਾ ਕਿ ਉਹ ਐਕਸ ਹੁੰਦੇ ਨੇ, ਵੱਡੇ ਵੱਡੇ ਅਦਾਰਿਆਂ ਦੇ ਉੱਤੇ ਐਕਸ ਫੌਜੀ ਜਿਹੜੇ ਨੇ ਸਰਵਿਸ ਜਿਹੜੇ ਮਤਲਬ ਰਿਟਾਇਰ ਫੌਜੀ ਜਿਹੜੇ ਨੇ ਉਹ ਜੌਬਸ ਕਰਦੇ ਨੇ। ਇਹ ਹੈ, ਸੱਚਾਈ ਵੀ ਹੈ। ਔਰ ਨਾਲ ਦੀ ਨਾਲ ਸਾਡੇ ਇੱਕ ਵੀਰ ਦੀ ਸਵਾਲ ਵੀ ਆਇਆ ਕਿ ਜਿਹੜੇ ਇਹ ਜਿਹਨਾਂ ਨੂੰ ਐਕਸਪਰਟ ਕਰ ਦਿੱਤਾ ਜਾਊਗਾ, ਟ੍ਰੇਨ ਦੇ ਦਿੱਤੀ ਜਾਊਗੀ, ਬਾਅਦ ਦੇ ਵਿੱਚ ਇਹਨਾਂ ਨੂੰ ਜਿਹੜੀਆਂ ਨੇ ਕੁਝ ਇਹੋ ਜਿਹੀਆਂ ਪ੍ਰਾਈਵੇਟ ਫੌਜ ਤਿਆਰ ਕਰਨ ਵਾਸਤੇ ਪ੍ਰਾਈਵੇਟ ਅਦਾਰੇ ਵਰਤ ਸਕਦੇ ਨੇ, ਜਾਂ ਕੋਈ ਧਾਰਮਿਕ ਸੰਸਥਾਵਾਂ ਇਹਨਾਂ ਦੀ ਜਿਹੜੀ ਹੈ ਉਹ ਇਹਨਾਂ ਦੇ ਭਾਵਨਾਵਾਂ ਦੇ ਨਾਲ ਖਿਲਵਾੜ ਕਰ ਸਕਦੀ ਹੈ, ਇਹਨਾਂ ਨੂੰ ਆਪਣੇ ਵਿੱਚ ਭਰਤੀ ਕਰ ਸਕਦੀ ਹੈ ਥੋੜ੍ਹਾ ਬਹੁਤਾ ਲਾਲਚ ਦੇ ਕੇ, ਜਾਂ ਕਿਸੇ ਤਰੀਕੇ ਦੇ ਨਾਲ ਇਵੇਂ ਤਾਂ ਨਹੀਂ ਹੋ ਸਕਦਾ ਕਿ ਇਹ ਇੱਕ ਮਿਸਯੂਜ਼ ਵੀ ਕੀਤਾ ਜਾ ਸਕਦਾ, ਕਿਉਂਕਿ ਇਹਨਾਂ ਨੂੰ ਕਿਉਂਕਿ ਮਤਲਬ ਉਮਰ ਤੇ ਉਨੀ ਨਹੀਂ ਹੋਣੀ ਹੈ, ਜੇ ਮਤਲਬ ਜੇ ਵੇਖਿਆ ਜਾਵੇ ਤਾਂ ਉਮਰ ਕੋਈ ਬਹੁਤ ਵੱਡੀ ਨਹੀਂ ਹੋ ਜਾਣੀ ਹੈ। ਮੈਂ ਅਦਰ ਪਲੇਟਫਾਰਮ ਤੇ ਬੋਲ ਰਿਹਾ ਸੀਗਾ ਤਾਂ ਮੈਂ ਉੱਥੇ ਇਹੀ ਗੱਲ ਕਹੀ ਸੀ ਕਿ ਜਿਸ ਤਰ੍ਹਾਂ ਦਾ ਦੇਸ਼ ਦੇ ਵਿੱਚ ਹਾਲ ਬਣ ਰਿਹਾ, ਜਿਸ ਤਰ੍ਹਾਂ ਦੀ ਨਫ਼ਰਤ ਦਾ ਪਸਾਰ ਹੋ ਰਿਹਾ, ਇਹ ਇੱਕ ਖਾਸ ਵਿਚਾਰਧਾਰਾ ਨੂੰ ਜਿਸ ਤਰ੍ਹਾਂ ਲਾਗੂ ਕਰ ਰਹੇ ਨੇ, ਬਹੁਤ ਗਿਣਤੀ 'ਚ ਨੌਜਵਾਨ ਜ਼ਿਆਦਾ ਆਉਣਗੇ, ਉਹਨਾਂ ਦਾ ਕੱਲ ਨੂੰ ਬ੍ਰੇਨ ਵਾਸ਼ ਕੀਤਾ ਜਾਂਦਾ, ਉਹਨਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਤਰ੍ਹਾਂ ਬਣਾ ਦਿੱਤਾ ਜਾਂਦਾ ਕਿ ਉਹ ਸਿਖਲਾਈ ਯਾਫਤਾ ਵੀ ਨੇ, ਚਾਹੇ ਥੋੜੇ ਮਹੀਨਿਆਂ ਦੇ। ਬਿਲਕੁਲ। ਜੇ ਉਹਨਾਂ ਨੂੰ
ਮਤਲਬ ਕਿ ਦੂਸਰੇ ਪਾਸੇ ਤੋੜ ਦਿੱਤਾ ਜਾਂਦਾ ਤਾਂ ਘੱਟ ਗਿਣਤੀਆਂ ਲਈ ਇੱਕ ਖਤਰਾ ਜਾਂ ਸਿਵਲ ਵਾਰ ਦੀ ਸਥਿਤੀ ਦੇ ਵਿੱਚ ਫਿਰ ਉਹ ਇੱਕ ਬੜਾ ਵੱਡਾ ਇਸ਼ੂ ਬਣ ਜਾਏਗਾ। ਕਿਉਂਕਿ ਜਿਸ ਤਰ੍ਹਾਂ ਕਿਉਂਕਿ ਦੇਖੋ ਕੁਝ ਵੀ ਸੰਭਵ ਹੁੰਦਾ ਜਦੋਂ ਅਸੀਂ ਸੋਚਦੇ ਹਾਂ ਨਾ, ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਮਤਲਬ ਕਿ ਆਪਣੇ ਸੰਭਾਵਨਾਵਾਂ ਦੇ ਵਿੱਚ ਚਿਤਵਦੇ ਆ ਤਾਂ ਬਹੁਤ ਕੁਝ ਸਵਾਲ ਆਉਂਦੇ ਆ ਕਿ ਫਰਜ਼ ਕਰੋ ਕੱਲ ਨੂੰ ਕੋਈ ਉਮੀਦ ਹੀ ਹੋ ਜਾਂਦੀ, ਖੁਦਾ ਨਾ ਖਾਸਤਾ ਮੈਂ ਕਹਾਂਗਾ ਕਿ ਸਾਡੀ ਜ਼ੁਬਾਨ ਕਲੈਣੀ ਕਦੇ ਵੀ ਪੂਰੀ ਨਾ ਹੋਵੇ, ਕਿਤੇ ਵੀ ਖਾਨਾ ਜੰਗੀ ਸਿਵਲ ਵਾਰ, ਕਿਤੇ ਵੀ ਇੰਸਰਜੈਂਸੀ ਨਾ ਹੋਵੇ, ਦੁਆ ਕਰਦੇ ਕਿਤੇ ਵੀ ਦੁਨੀਆ ਦੇ ਕਿਸੇ ਵੀ ਕੋਨੇ 'ਚ। ਪਰ ਫਰਜ਼ ਕਰੋ ਜੇ ਐਸਾ ਵਾਪਰ ਜਾਂਦਾ ਆ ਤਾਂ ਜਿਹੜੇ ਇਸ ਤਰ੍ਹਾਂ ਦੇ ਬੰਦੇ ਆ ਜੇ ਉਹਨਾਂ ਨੂੰ ਮਤਲਬ ਕਿ ਖਾਸ ਵਿਚਾਰਧਾਰਾ ਤੋਂ ਪ੍ਰਭਾਵਿਤ ਕਰਕੇ ਜਾਂ ਪ੍ਰਲੋਭਨ ਦੇ ਕੇ ਕਿਸੇ ਪਾਸੇ ਲਾ ਲਿਆ ਜਾਂਦਾ ਤਾਂ ਉਸ ਸੂਰਤ ਦੇ ਵਿੱਚ ਉਹ ਤਾਂ ਇੱਕ ਬਹੁਤ ਖਤਰਨਾਕ ਪਲਟੂਨ ਹੋ ਜਾਏ। ਜੀ ਬਿਲਕੁਲ। ਸਾਡੇ ਕਾਲਰ ਆਏ ਸਨ ਜੀ, ਸਾਡੇ ਕਾਲਰ ਆਏ ਸੀ, ਕਾਲਾਂ ਫਲੈਸ਼ ਵੀ ਹੋ ਰਹੀਆਂ ਨੇ ਕਿ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਬਾਹਰ ਕਈ ਕੰਟਰੀਆਂ ਦੇ ਵਿੱਚ ਹੈਵ ਟੂ ਹੈਵ ਭਰਤੀ ਹੋਣਾ ਪੈਂਦਾ। ਮੈਂ ਉਹਨਾਂ ਨਾਲ ਸਹਿਮਤ ਹਾਂ, ਪੜ੍ਹਿਆ ਸਾਨੂੰ, ਅਸੀਂ ਸੁਣਾਇਆ ਵੀ ਆਰਟੀਕਲ, ਤੇ ਮੇਰੇ ਸ਼ੌਂਕ ਨੇ ਨਾ, ਮੈਂ ਸੁਣਾਇਆ ਵੀ ਸੀ ਕਈ ਕੰਟਰੀਆਂ ਦੇ ਵਿੱਚ ਉਹਨਾਂ ਨੂੰ ਭਰਤੀ ਹੋਣਾ, ਜ਼ਰੂਰੀ ਭਰਤੀ ਹੋਣਾ ਪੈਂਦਾ। ਪਰ ਇੱਥੇ ਇਹ ਅਲੜਬਰੇ 17 ਸਾਲ ਤੋਂ ਲੈ ਕੇ 23 ਸਾਲ ਕਰ ਦਿੱਤੀ ਗਈ ਤੇ 4 ਸਾਲ ਹੀ ਉਹਨਾਂ ਨੂੰ ਰੱਖਣਾ, 27 ਸਾਲ ਤੱਕ। ਸਾਡੇ ਸੰਵਿਧਾਨ ਦੇ ਵਿੱਚ ਕੋਈ ਅਜਿਹਾ ਪ੍ਰਬੰਧ ਨਹੀਂ, ਬੰਦੋ ਕਿ ਚਾਈਨਾ 'ਚ ਵੀ ਅਜਿਹਾ ਪ੍ਰਬੰਧ ਨਹੀਂ ਹੈ ਹਾਂਜੀ ਕਿ ਤੁਹਾਨੂੰ ਫੌਜ ਚ ਆਉਣਾ ਹੀ ਪਏਗਾ। ਕੁਝ ਦੇਸ਼ਾਂ 'ਚ ਜਿੱਥੇ ਵਸੋਂ ਘੱਟ ਹੈ, ਜਿੱਥੇ ਵਸੋਂ ਘੱਟ ਹੈ, ਜਿਵੇਂ ਇਜ਼ਰਾਈਲ ਹੈ, ਇਜ਼ਰਾਈਲ ਨੂੰ ਹੁਣ ਤੁਸੀਂ ਦੇਖੋ ਕਿ ਇਜ਼ਰਾਈਲ ਨੂੰ ਤਾਂ ਜ਼ਰੂਰਤ ਹੈ ਕਿ ਕੁਛ ਲੱਖ ਦੀ ਵਸੋਂ ਹੈ ਤੇ ਦੁਸ਼ਮਣ 4 ਚੁਫੇਰੇ ਹੈ, ਉਹਨਾਂ ਦੀ ਦੁਸ਼ਮਣੀ 4 ਚੁਫੇਰੇ ਹੈ। ਜੀ 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 ਸਮਝਦੇ ਹੋ ਨਾ, ਕਿਉਂ ਜ਼ਰੂਰਤ ਹੈ ਵੱਖਰੀ ਕਿਸਮ ਦੀ। ਉਹਦੇ ਵਿੱਚ ਸਰ ਸੰਵਿਧਾਨਕ ਅਮੈਂਡਮੈਂਟ ਕਰ ਲਓ, ਫਿਰ ਉਹਦੇ ਚ ਲੀਡਰਾਂ ਦੇ ਬੱਚੇ ਵੀ ਹੋਣ ਨਾ। ਹਾਂ ਉਹੀ ਤੇ ਗੱਲ ਇਹ ਜਿਹੜੇ ਬੱਚੇ ਨੇ ਕੌਣ ਨੇ? ਇਹ ਬੱਚੇ ਤਾਂ ਉਹ ਜਾਣਗੇ 4-4 ਸਾਲਾਂ ਵਾਸਤੇ ਜਿਹੜੇ ਬੱਚਿਆਂ ਦਾ ਕੋਈ ਹੀਲਾ ਹੀ ਹੈ ਨਹੀਂ। ਤੁਸੀਂ ਮੈਨੂੰ ਦੱਸੋ ਕਿਹੜਾ ਬੰਦਾ ਹੈ ਜਿਹੜਾ 4 ਸਾਲਾਂ ਵਾਸਤੇ ਜਾਏਗਾ, ਪਹਿਲਾਂ 6 ਮਹੀਨੇ ਟ੍ਰੇਨਿੰਗ ਕਰੇਗਾ ਤੇ 24-25 ਹਜ਼ਾਰ ਤੇ ਉਹ ਜਾ ਕੇ ਮਤਲਬ ਕਿ ਫੌਜ ਜੁਆਇਨ ਕਰੇਗਾ? ਕੋਈ ਖੰਡ ਖਾਂਦਾ ਨਹੀਂ ਜਾਏਗਾ। ਇਹ ਗਰੀਬ ਘਰਾਂ ਦੇ ਬੱਚੇ ਹੋਣਗੇ, ਸਧਾਰਨ ਘਰਾਂ ਦੇ ਬੱਚੇ ਹੋਣਗੇ। ਜੀ ਬਿਲਕੁਲ। ਕਾਲ ਲੈ ਲਈਏ ਜੀ ਆਪਾਂ। ਵੈਲਕਮ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜਾਵਰਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿੰਟੋ ਜੀ। ਮਿੰਟੋ ਜੀ, ਜਿੱਥੇ ਤੱਕ ਮੇਰਾ ਵਿਊ ਹੈਗਾ ਕਿ ਜਿਹਨਾਂ ਫੌਜਾਂ ਨੇ, ਫੌਜਾਂ ਦੀ ਵਫਾਦਾਰੀ ਤੇ ਫੌਜਾਂ ਦੀ ਕਿਆ ਕਹਿੰਦੇ ਤਲੀ ਦੇ ਉੱਤੇ ਧਰ ਕੇ ਜੂਝਣ ਦੀ ਸਮਰੱਥਾ ਜਿਹੜੀ ਤੇ ਜਿਹੜੀ ਟ੍ਰੈਡੀਸ਼ਨ ਹੁੰਦਾ, ਇਹ ਆਪਣੀ ਬਟਾਲੀਅਨ ਦੇ ਨਾਲ, ਆਪਣੇ ਕਮਾਂਡਰ ਦੇ ਨਾਲ, ਆਪਣੇ ਅਫਸਰਾਂ ਦੇ ਇਸ਼ਾਰੇ ਦੇ ਉੱਤੇ ਮਰ ਮਿਟਣ ਦੀ ਭਾਵਨਾ ਹੁੰਦੀ ਹੈ। ਇਹ ਨਾ ਰਾਸ਼ਟਰਪਤੀ ਨਾਲ ਹੁੰਦੀ ਹੈ, ਨਾ ਉਹ ਦੇਸ਼ ਦੇ ਨਾਲ ਹੁੰਦੀ ਹੈ, ਰਾਈਟ। ਤੇ ਜਿਹੜੇ ਇਹ 4 ਸਾਲਾਂ ਵਾਸਤੇ ਆਉਣਗੇ, ਇਹ ਆਪਣੇ ਆਪ ਨੂੰ ਕਿੱਦਾਂ ਐਸੋਸੀਏਟ ਕਰ ਪਾਉਣਗੇ ਇਸ ਪ੍ਰਾਈਡ ਦੇ ਵਿੱਚ, ਜਿਹੜਾ ਫੌਜੀਆਂ ਦਾ ਆਪਣਾ ਬਟਾਲੀਅਨ ਦੇ ਪ੍ਰਤੀ, ਆਪਣੇ ਕਮਾਂਡਰਾਂ ਪ੍ਰਤੀ ਪ੍ਰਾਈਡ ਹੁੰਦਾ ਨਾ। ਇੱਕ ਸਟਰਕਚਰ, ਬੇਸਿਕ ਸਟਰਕਚਰ ਹੈ ਇਹ। ਉਹਨਾਂ ਨੂੰ ਪ੍ਰਧਾਨ ਮੰਤਰੀ ਤੋਂ ਕੋਈ ਲੈਣਾ ਦੇਣਾ ਨਹੀਂ ਹੁੰਦਾ ਤੇ ਉਹਨਾਂ ਨੂੰ ਰਾਸ਼ਟਰਪਤੀ ਤੋਂ ਕੋਈ ਲੈਣਾ ਦੇਣਾ ਨਹੀਂ ਹੁੰਦਾ ਨਾ। ਤੇ ਇਹ ਕਿੱਦਾਂ ਐਸਟੈਬਲਿਸ਼ ਹੋ ਪਾਊਗਾ ਤੇ ਉਹ ਆਪਣੇ ਕਿਹੜੇ ਕਮਾਂਡਰਾਂ ਦੇ ਹੁਕਮ ਦੇ ਉੱਤੇ ਜਾਨਾਂ ਤਲੀ ਤੇ ਧਰਨਗੇ? ਜੀ ਬਿਲਕੁਲ। ਇਹ ਤੁਹਾਡਾ ਇੱਕ ਸਵਾਲ ਹੈ ਔਰ ਇਹਦੇ ਵਿੱਚ ਇਹਨਾਂ ਦਾ ਤਰਕ ਇਹੋ ਹੀ ਆ, ਇਹੋ ਤਰਕ ਹੈ ਕਿ ਜਿਹੜਾ ਬੰਦਾ ਕੱਚਾ, ਜਿਹਨੂੰ ਪਤਾ ਮੈਂ ਜਾਣਾ ਹੈ, ਉਹ ਤਾਂ ਪੈਰ ਵੀ ਪਿੱਛੋਂ ਨੂੰ ਪੁੱਟੇਗਾ ਕਿ ਮੈਂ ਕਿਹੜਾ ਇੱਥੇ ਰਹਿਣਾ ਹੈ। ਤਾਂ ਉਹ ਬਿਲਕੁਲ ਪ੍ਰਾਈਡ ਜਾਂ ਜਿਹੜੀ ਉਹ ਭਾਵਨਾ ਹੈ ਜਾਂ ਉਹ ਜਿਹੜਾ ਸੈਂਟੀਮੈਂਟ ਹੈ, ਜਾਂ ਜੋ ਦੇਖੋ ਪਹਿਲਾਂ ਤਾਂ ਇਹਨਾਂ ਨੇ ਹੁਣ ਯੂ ਟਰਨ ਮਾਰ ਰਹੇ ਨੇ, ਇਹਨਾਂ ਦੇ ਜਿਹੜੇ ਭਗਤ ਨੇ ਉਹ ਤਾਂ ਬਈ ਕਿਸੇ ਦੀ ਗੱਲ ਤੇ ਖਲੋਂਦੇ ਨੇ, ਸਾਡੇ ਵਰਗਿਆਂ ਨੂੰ ਗਾਲਾਂ ਕੱਢ ਜਾਂਦੇ ਨੇ। ਧੰਨਵਾਦ। ਪਰ ਗੱਲ ਇਹ ਆ ਕਿ ਤੁਸੀਂ ਦੇਖੋ ਨਾ ਤਾਰਕਿਕ ਤਰੀਕੇ ਨਾਲ ਕਿ ਅਸੀਂ ਕੀ ਕਹਿ ਰਹੇ ਹਾਂ। ਅਸੀਂ ਇਹ ਕਹਿ ਰਹੇ ਹਾਂ ਕਿ ਇੱਕ ਤਰ੍ਹਾਂ ਨਾਲ ਫੌਜ ਦੇ ਵਿੱਚ ਇੱਕ ਦਰਜਾ ਬਦਰਜਾ ਹੋ ਜਾਏਗਾ। ਸੋ ਗੱਲ ਇਹ ਆ ਕਿ ਉਹ ਬਿਲਕੁਲ ਤੁਹਾਡੀ ਗੱਲ ਵਾਜਬ ਹੈ ਕਿ ਪ੍ਰਾਈਡ ਜਿਹੜਾ ਆ, ਸਨਮਾਨ ਹੈ ਜਿਹੜਾ ਬੰਦੇ ਦੀ ਇੱਕ ਭਾਵਨਾਤਮਕ ਜੁੜਾਵ ਹੁੰਦਾ ਹੈ। ਹੁਣ ਉਹਦਾ ਇੱਕ ਉਦਾਹਰਣ ਦੇਣਾ ਤੁਹਾਨੂੰ ਮੈਂ, ਕਿੰਨੀ ਕੱਚੀ ਗੇਮ ਖੇਡਦੇ ਨੇ ਇਹ। ਪਹਿਲਾਂ ਮੀਡੀਆ ਰਿਪੋਰਟਾਂ ਆਈਆਂ ਕਿ ਜੋ ਰੈਜੀਮੈਂਟਲ ਸਿਸਟਮ ਹੈ ਉਹ ਓਪਨ ਕਰ ਦਿੱਤਾ ਜਾਏਗਾ, ਮਤਲਬ ਕਿ ਅਗਨੀਵੀਰ ਕਿਸੇ ਵੀ ਰੈਜੀਮੈਂਟ 'ਚ ਜਾ ਸਕਦੇ, ਜਾਤ ਪਾਤ ਧਰਮ ਬੋਲੀ ਖਿੱਤਾ ਕੋਈ ਅੜਚਨ ਨਹੀਂ ਹੋਏ। ਅੱਛਾ, ਉੱਥੇ ਬੜਾ ਇੱਕ ਬੇਸਿਕ ਸਵਾਲ ਹੋਏਗਾ ਕਿਉਂਕਿ ਰੈਜੀਮੈਂਟਸ ਜਿਹੜੀਆਂ ਹੁੰਦੀਆਂ ਨੇ ਨਾ, ਉਹ ਤੁਹਾਨੂੰ ਪਤਾ ਗੋਰਿਆਂ ਨੇ ਬਣਾਈਆਂ ਸੀ, ਗੋਰਿਆਂ ਦਾ ਸਿਸਟਮ ਸੀਗਾ। ਤਾਂ ਹਰੇਕ ਰੈਜੀਮੈਂਟ ਦਾ ਧਾਰਮਿਕ, ਸਮਾਜਿਕ, ਇਤਿਹਾਸਿਕ ਖਾਸਾ ਵੱਖਰਾ ਹੈ, ਸੱਭਿਆਚਾਰਕ ਖਾਸਾ ਵੱਖਰਾ ਹੈ। ਤਾਂ ਜੇ ਇਹਨੂੰ ਬ੍ਰੇਕ ਕਰ ਦਿੱਤਾ ਜਾਏਗਾ ਤਾਂ ਉੱਥੇ ਵੀ ਬਹੁਤ ਵੱਡੀ ਇੱਕ ਸਮੱਸਿਆ ਆਏਗੀ। ਫਿਰ ਇਹਨਾਂ ਨੇ ਯੂ ਟਰਨ ਮਾਰਿਆ। ਹੁਣ ਪਤਾ ਨਹੀਂ ਕਿ ਲਿਖਤ ਦੇ ਵਿੱਚ ਕੋਈ ਅਮੈਂਡਮੈਂਟ ਹੋਈ ਹੈ ਜਾਂ
ਉਹ ਜੋ ਪਹਿਲਾ ਸੂਚਨਾ ਆਈ ਉਹਨੂੰ ਕਰੈਕਟ ਕੀਤਾ ਗਿਆ, ਕਹਿੰਦੇ ਕਿ ਨਹੀਂ ਰੈਜੀਮੈਂਟਲ ਸਿਸਟਮ ਉਦਾਂ ਹੀ ਰਹੇਗਾ। ਇਹ ਵੀ ਇੱਕ ਯੂ ਟਰਨ ਹੈ। ਸੋ ਬਿਲਕੁਲ ਵਾਜਬ ਸਵਾਲ ਹੈ ਕਿ ਜਿਹੜਾ ਬੰਦਾ ਆਰਜੀ ਸਮੇਂ ਵਾਸਤੇ ਬਣਿਆ ਤਾਂ ਉਹਦੇ ਕੋਲ ਸੋਸ਼ਲ ਸਿਕਿਉਰਿਟੀ ਵੀ ਨਹੀਂ ਤਮਾਮ ਉਮਰ ਦੀ, ਤਾਂ ਫਿਰ ਉਹ ਕਿਤੇ ਨਾ ਕਿਤੇ ਇਸ ਚੀਜ਼ ਤੇ ਥੋੜਾ ਜਿਹਾ ਉਲਾਰਵਾਦੀ ਹੋ ਸਕਦਾ ਕਿ ਯਾਰ ਮੈਂ ਕੀ ਲੈਣਾ, ਮੈਂ ਕਿਹੜਾ ਪਤਾ ਇੱਥੇ ਬੈਠੇ। ਬਿਲਕੁਲ। ਔਰ ਵੇਖੋ ਬਾਹਰ ਆ ਕੇ ਵੀ ਉਹ ਕਿਸੇ ਦੇ ਧੱਕੇ ਚੜ ਸਕਦਾ ਹੈ ਜੀ ਕਿ ਯਾਰ 4 ਪੈਸੇ ਕਮਾਓ। ਹਾਂ, ਇਹੀ ਜ਼ਿਆਦਾ ਡਰ ਇਸ ਤਾਰਿਆ ਗਲਤ ਅਨਸਰਾਂ ਦੇ ਹੱਥੇ ਵੀ ਚੜ ਸਕਦਾ। ਦੂਜੀ ਗੱਲ ਬਿੰਟੂ ਜੀ, ਤੁਸੀਂ ਸਾਡੇ ਦੇਸ਼ ਦਾ ਕੋਈ ਮੈਂਬਰ ਪਾਰਲੀਮੈਂਟ ਬਣਦਾ, MLA ਬਣਦਾ ਹਨਾ, ਉਹ ਇੱਕ ਟਰਮ ਪੂਰੀ ਕਰਦਾ ਤੇ ਪੈਨਸ਼ਨ ਦਾ ਹੱਕਦਾਰ ਹੋ ਜਾਂਦਾ ਮੇਰੇ ਖਿਆਲ ਚ, ਹਨਾ। ਨਹੀਂ ਟਰਮ ਨਾ ਵੀ ਪੂਰੀ ਕਰੇ, ਚਾਹੇ ਕੋਈ ਇੱਕ ਦਿਨ ਵਾਸਤੇ ਵੀ ਰਹਿ ਜਾਵੇ, ਉਹ ਪੈਨਸ਼ਨ ਭੋਗੀ ਬਣ ਜਾਂਦਾ। ਤੇ ਫਿਰ ਜਿਹਨੇ 4 ਸਾਲ ਦੇਸ਼ ਦੀ ਸੇਵਾ ਕਰਨੀ, ਆਪਣੀ ਜਵਾਨੀ ਲੇਖੇ ਲਾ ਦੇਣੀ ਹੈ, ਪਤਾ ਗੱਲ ਤਾਂ ਪੈਨਸ਼ਨ ਦੀ ਹੈ ਨਾ ਸਰ, ਤੁਸੀਂ ਗੱਲ ਨੂੰ ਸਮਝੋ। ਮੇਨ ਗੱਲ ਤਾਂ ਪੈਨਸ਼ਨ ਦੀ ਹੈ, ਰੌਲਾ ਤਾਂ ਪੈਨਸ਼ਨ ਦਾ ਹੋ ਰਿਹਾ। ਸਕੀਮ ਦਾ ਤਾਰਕਿਕਤਾ ਜਿਹੜਾ ਦਿੱਤਾ ਜਾ ਰਿਹਾ ਹੈ ਕਾਰਨ ਕਿ ਇਹ ਮਤਲਬ ਕਿ ਐਵਰੇਜ ਏਜ ਨੂੰ ਥੱਲੇ ਲੈ ਕੇ ਆਉਣਾ, ਯੰਗ ਆਰਮੀ ਬਣਾਉਣੀ ਆ, ਉਹ ਸਾਰੇ ਸੈਕੰਡਰੀ ਨੇ। ਉਹ ਸਭ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੱਲੇ ਭੱਬੇ ਨੇ। ਮੇਨ ਮਸਲਾ ਇਹ ਹੈ ਕਿ ਜਿਹੜਾ 1.25 ਲੱਖ ਕਰੋੜ ਰੁਪਈਆ ਜਾਂਦਾ ਹੈ ਪੈਨਸ਼ਨ ਦੇ ਵਿੱਚ, ਜਿਹੜਾ ਹਰੇਕ ਸਾਲ ਵਾਧਾ ਤੁਰਿਆ ਜਾਂਦਾ ਹੈ, ਉਸ ਨੂੰ ਠੱਲ ਪਾਉਣਾ ਜਾਂ ਉਹਦੇ ਚ ਕਟੌਤੀ ਕਰਨਾ ਮੰਤਵ ਹੈ। ਮੇਨ ਮੰਤਵ ਇਹ ਹੈ, ਆਬਜੈਕਟਿਵ ਮੇਨ ਇਹ ਹੈ ਜੀ। ਚਲੋ ਆਪਾਂ ਅਗਲੀ ਕਾਲ ਲੈ ਲੈਂਦੇ। ਹੈਲੋ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ। ਮੈਂ ਤੁਹਾਨੂੰ ਦੱਸਦਾ, ਮੈਂ 28 ਸਾਲ ਕਰਕੇ ਮੇਰੀ ਕਹਾਣੀ ਪੂਰੀ ਪਹਿਲਾਂ ਸੁਣ ਲਿਆ ਜੀ। ਭਾਰਤੀ ਫੌਜ ਜੋ ਆ ਸਾਰੇ ਵਰਲਡ ਦੇ ਵਿੱਚੋਂ ਨੰਬਰ 1 ਦੇ ਉੱਤੇ ਆ, ਬੜੀ ਵਫਾਦਾਰ ਹੈ। ਮੈਂ ਬੇਸ਼ੱਕ ਬਾਹਰ ਆ ਗਿਆ, ਅੱਜ ਵੀ ਆਪਦੇ ਦੇਸ਼ ਦਾ ਵਫਾਦਾਰ ਆ, ਛਾਤੀ ਪਾੜ ਕੇ ਤਾਂ ਮੈਂ ਦਿਖਾ ਨਹੀਂ ਸਕਦਾ। ਸਭ ਤੋਂ ਪਹਿਲਾਂ ਜਦੋਂ UNO 'ਚ ਫੌਜ ਜਾਂਦੀ ਸੀ, ਭਾਰਤੀ ਫੌਜ ਨੂੰ ਪਹਿਲ ਦਿੱਤੀ ਜਾਂਦੀ ਸੀ, ਸਮੁੰਦਰੀ ਰਸਤੇ ਬਟਾਲੀਅਨ ਜਾਂਦੇ ਹੁੰਦੇ ਸੀ। ਔਰ ਭਾਰਤੀ ਫੌਜ ਦੇ ਜਨਰਲ UNO ਦੇ ਵਿੱਚ ਜੋ ਹੈ ਕਮਾਂਡਰ ਰਿਹਾ ਜਨਰਲ ਥਮਈਆ ਸਾਹਿਬ, ਜਨਰਲ ਗਿਆਨੀ। ਜਵਾਨ ਉੱਥੇ ਜਾਣਾ ਮਾਣ ਮੰਨਦੇ ਸੀ, ਇੱਕ ਤਾਂ ਤਨਖਾਹ ਜ਼ਿਆਦਾ ਮਿਲਦੀ। ਜਦੋਂ ਨਹਿਰ ਸੁਏਜ ਦਾ ਝਗੜਾ ਹੋਇਆ ਸੀ ਉਦੋਂ ਵੀ ਸਾਡੀ ਫੌਜ ਗਈ ਸੀ। ਇਸੇ ਕਰਕੇ ਜਦੋਂ ਗੋਆ ਦੀ ਲੜਾਈ ਹੋਈ ਸੀ, ਕਰਨਲ ਨਾਸਰ ਨੇ ਇਸੇ ਕਰਕੇ ਉਹਦੇ ਨਹਿਰ ਸੁਏਜ ਦੇ ਅੰਦਰ ਆਉਣ ਨਹੀਂ ਸੀ ਦਿੱਤੀ ਸ਼ਿਪ, ਜਦੋਂ ਪੁਰਤਗਾਲੀਆਂ ਨਾਲ ਸਾਡੀ ਇਹੋ ਹੀ ਗੱਲ। ਅਸੀਂ ਇਹ ਸੋਚਦੇ ਹੁੰਦੇ ਸੀ ਵੀ ਸਾਨੂੰ ਕਿਤੇ ਰਿਜ਼ਰਵ ਨਾ ਕਰ ਦੇਣ। ਸਾਨੂੰ 1971 ਦੀ ਲੜਾਈ ਤੋਂ ਪਹਿਲਾਂ ਜਿਹਨਾਂ ਲੋਕਾਂ ਨੂੰ ਰਿਜ਼ਰਵ ਕਰ ਦਿੱਤਾ ਗਿਆ ਸੀ ਨਾ, ਉਹ 71 ਦੇ ਵਿੱਚ ਜਦੋਂ ਆਏ ਨਾ, ਉਹਨਾਂ ਲੋਕਾਂ ਨੇ 6 ਮਹੀਨੇ ਪੂਰੇ ਕਰ ਲਏ। ਜਦੋਂ 6 ਮਹੀਨੇ ਪੂਰੇ ਕਰ ਲਏ ਤੇ ਉਹਨਾਂ ਨੇ ਜਾ ਕੇ ਰਿਕਾਰਡ ਦੇ ਵਿੱਚ ਤਨਖਾਹ ਮੰਗੀ 2 ਮਹੀਨੇ ਦੀ। ਉਹ ਕਹਿੰਦੇ ਸਾਡੇ 6 ਮਹੀਨੇ ਹੋ ਗਏ, ਲਾ ਦਿਓ ਸਾਨੂੰ ਦੋਵੇਂ ਤਨਖਾਹ। ਜਦੋਂ ਸਰਕਾਰ ਨੇ ਤਨਖਾਹ ਨਹੀਂ ਦਿੱਤੀ, ਔਰੰਗਾਬਾਦ ਦੇ ਵਿੱਚ ਉਹਨਾਂ ਨੇ ਜਲੂਸ ਕੱਢਿਆ। ਉਸ ਤੋਂ ਬਾਅਦ ਰਿਜ਼ਰਵੇਸ਼ਨ ਬੰਦ ਕਰ ਦਿੱਤੀ ਗਈ। ਸਨ 71 ਤੱਕ ਜਿਹੜਾ JSO ਵੀ ਆਉਂਦੇ ਸੀਗੇ ਕੰਟੈਕਟ ਰੇਟ ਤੇ, ਉਹਨਾਂ ਵਾਸਤੇ 5 ਸਾਲ ਦਾ ਲਿਖ ਕੇ ਦਿੱਤਾ ਹੋਇਆ ਸੀ, ਜੇ ਜੰਗ ਲੱਗ ਜੂਗੀ ਆਉਣਗੇ। ਤੇ ਉਸ ਤੋਂ ਬਾਅਦ ਤੁਸੀਂ ਇਹ ਲਾਓ ਜਿਹੜੇ ਰਿਜ਼ਰਵਿਸਟ ਸੀ ਨਾ, ਮੈਂ ਉਦੋਂ ਨੈਕ ਹੁੰਦਾ, ਅਸੀਂ ਉਹਨਾਂ ਤੋਂ ਇੰਨੇ ਤੰਗ ਸੀ ਨਾ, ਬੜੇ ਸੰਭਾਲਣੇ ਮੁਸ਼ਕਲ ਸੀਗੇ। ਬੜੀਆਂ ਲੰਮੀਆਂ ਕਹਾਣੀਆਂ। ਗੌਰਮੈਂਟ ਜੋ ਕੁਛ ਹੁਣ ਜਿਹੜਾ ਹੋ ਰਿਹਾ ਅਗਨੀਪਥ ਦੀ ਭਰਤੀ ਹੈ, ਇਹਦੇ ਤੇ ਜਿਹੜਾ ਹੈ ਫੌਜੀ, ਤੁਸੀਂ ਤੁਹਾਡੀ ਗੱਲ ਬਿਲਕੁਲ ਸਹੀ। ਹੁਣ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਸਹੀ ਫੈਸਲਾ ਹੈ? ਬਿਲਕੁਲ ਗਲਤ ਫੈਸਲਾ। ਹੁਣ ਨਾਂ ਰੱਖਿਆ ਅਗਨੀਪਥ। ਅਗਨੀ ਤਾਂ ਲੱਗ ਹੀ ਗਈ ਹੈ ਭਾਰਤ ਦੇ ਵਿੱਚ, ਤੇ ਪੱਥ ਜਿਹੜਾ ਹੈਗਾ ਨਾ ਉਹ ਫਿਨੇ ਨਾ ਕਲਾ ਆਪੇ ਤੈਅ ਕਰਕੇ ਆ ਜਾਊਗਾ। ਉਹ ਕੀ ਕਰ ਰਹੇ ਮੈਨੂੰ ਸਮਝ ਨਹੀਂ ਲੱਗਦੀ। ਕੋਈ ਚੈਨਲ ਐਸਾ ਨਹੀਂ ਜਿੱਥੇ ਨਿੰਦਿਆ ਨਹੀਂ ਹੋ ਰਹੀ। ਮੈਨੂੰ ਸਵੇਰੇ ਆ ਗਿਆ ਸੀ, ਕਹਿੰਦੇ ਜੀ ਲੇਖ ਲਿਖੋ। ਮਗਰ ਇੱਥੇ ਬਥੇਰੇ ਜਨਰਲ ਬੈਠੇ, ਉਹਨਾਂ ਨੂੰ ਕਹੋ ਲਿਖਣਗੇ। ਮਿਹਰਬਾਨੀ। ਬਹੁਤ ਗਲਤ ਫੈਸਲਾ ਲਿਆ ਗਿਆ। ਇਸ ਤਰ੍ਹਾਂ ਲੋਕ ਤਾਂ ਬਹੁਤ ਕੁਝ ਕਹਿ ਰਹੇ, ਮੈਂ ਉਹ ਗੱਲਾਂ ਕਹਿਣਾ ਨਹੀਂ ਚਾਹੁੰਦਾ। ਮਿਹਰਬਾਨੀ, ਥੈਂਕ ਯੂ। ਚਲੋ ਇੱਕ ਲਾਈਨ ਸੀਗੀ ਉਹ ਡਿਸਕਨੈਕਟ ਹੋ ਗਈ ਜੀ, ਅਗਲੀ ਕਾਲ ਲੈ ਲੈਂਦੇ। ਹੈਲੋ ਹਾਂਜੀ ਚਾਵਲਾ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮਿੰਟੂ ਭਾਜੀ ਜੀ। ਹਾਂਜੀ ਸਰ। ਹਾਂਜੀ ਮਿੰਟੂ ਭਾਜੀ, ਇੱਕ ਤਾਂ ਨਾ ਚਾਵਲਾ ਜੀ ਨੇ ਪਹਿਲਾਂ ਮੇਰੇ ਸਵਾਲ ਪੁੱਛਿਆ ਸੀ ਵੀ ਇੱਕ ਤਾਂ ਇਹਦੇ ਵਿੱਚ ਨਾ ਹਾਲੇ ਆਪਾਂ ਸਿਰਫ ਜਿਹੜਾ ਟਰਮ ਆਫ ਸਰਵਿਸਿਜ਼ ਆ ਉਹਨੂੰ ਹੀ ਡਿਸਕਸ ਕਰ ਰਹੇ, ਕਿਉਂਕਿ ਨੋਰਮਲੀ ਜਿਤਨਾ ਕਿ ਮੈਨੂੰ ਪਤਾ ਵੀ ਫੌਜ ਦੇ ਵਿੱਚ ਚਾਹੇ ਸਿਪਾਹੀ ਰੈਂਕ ਤੇ ਵੀ ਬੰਦਾ ਚਾਹੁੰਦਾ, ਚਾਹੇ ਉੱਥੇ ਆਪਣਾ ਗਰੀਬ ਘਰਾਂ 'ਚ, ਇਹਨਾਂ ਨੂੰ ਨਾ ਕਮਿਸ਼ਨ ਲੈਣ ਦਾ ਰਾਈਟ ਹੁੰਦਾ ਕੁਛ ਏਜ ਤੱਕ। ਇੱਕ ਤਾਂ ਇਹਦੇ ਵਿੱਚ ਮੇਰਾ ਖਿਆਲ ਹਾਲ ਤੱਕ ਇਹ ਨਹੀਂ ਕਲੀਅਰ ਆ ਵੀ 4 ਸਾਲ ਦੀ ਸਰਵਿਸ ਦੇ ਵਿੱਚ ਉਹ ਕਮਿਸ਼ਨ ਜੇ ਕੋਈ ਐਲੀਜੀਬਲ ਹੈਗਾ ਕਿ ਉਹ ਅਪਲਾਈ ਕਰ ਸਕਦਾ ਕਮਿਸ਼ਨਡ ਆਫੀਸਰ ਲਈ, ਆਪਣਾ ਕਮਿਸ਼ਨ ਲੈਣ ਦੇ ਲਈ। ਇੱਕ ਤਾਂ ਉਹ ਕਲੀਅਰ ਨਹੀਂ ਹੈਗਾ। ਤੇ ਦੂਜਾ ਸਰ, ਇੱਕ ਜਿਸ ਤਰ੍ਹਾਂ ਖਬਰਾਂ 'ਚ ਸੁਣਨ ਨੂੰ ਆਇਆ ਵੀ ਇੰਡੀਅਨ ਗੌਰਮੈਂਟ ਨੇ ਕਾਰਪੋਰੇਟ ਸੈਕਟਰ ਨੂੰ ਪ੍ਰਾਈਵੇਟ ਆਰਮੀ ਬਣਾਉਣ ਦੀ ਇਜਾਜ਼ਤ ਦੇ ਦਿੱਤੀ। ਇਹ ਮੇਰਾ ਸਵਾਲ ਆ ਤੁਹਾਨੂੰ
ਵੀ ਕਿਤੇ ਇਸ ਤਰ੍ਹਾਂ ਤਾਂ ਨਹੀਂ ਇਹ ਫਿਊਚਰ ਪਲਾਨਿੰਗ ਹੈ ਗੌਰਮੈਂਟ ਦੀ ਵੀ ਕਾਰਪੋਰੇਟ ਸੈਕਟਰ ਲਈ ਟ੍ਰੇਨਡ ਫੌਜੀ ਮਿਲ ਸਕਣ ਵੀ ਆਪਣੇ ਸਿਰਫ 4 ਸਾਲ ਸਰਵਿਸ ਕਰੋ ਫਿਰ ਬਾਹਰ ਆ ਕੇ ਉਹ ਪ੍ਰਾਈਵੇਟ ਆਰਮੀ ਟ੍ਰੇਨਡ ਕੀਤੇ ਕਰਾਏ ਫੌਜੀ ਉਹਨਾਂ ਨੂੰ ਆਪਣੀ ਪ੍ਰਾਈਵੇਟ ਆਰਮੀ ਬਣਾਉਣ ਲਈ ਵਰਤ ਸਕਣ ਉਹਨਾਂ ਨੂੰ। ਇਹ ਕੁਐਸਚਨ ਮੇਰਾ ਡਾਇਰੈਕਟ ਮਤਲਬ ਕਿ ਮੱਧ ਕਾਲ ਨੂੰ ਤੁਰ ਪਏ ਇੰਡੀਆ, ਜਿਵੇਂ ਮੈਂ ਗੱਲ ਕਰੀ ਹੈ ਇਹ ਸਿਰਫ ਪਿੱਛੇ ਨੂੰ ਤੁਰ ਪਏ ਨੇ ਮੱਧ ਕਾਲੀਨ ਯੁੱਗ ਨੂੰ। ਇਹ ਕਿਰਾਏ ਵਾਲੀ ਭਾੜੇ ਵਾਲੀ ਫੌਜ ਤਿਆਰ ਕਰਕੇ ਰੱਖੋ। ਇਹੀ ਤਾਂ ਮੇਰਾ ਸਵਾਲ ਹੈ ਕਿ ਮੱਧ ਕਾਲੀਨ ਨੂੰ ਤੁਰ ਪਏ ਹੋ ਤੁਸੀਂ ਆਧੁਨਿਕ ਯੁੱਗ ਤੋਂ। ਔਰ ਦੂਜੀ ਚੀਜ਼ ਜਿਹੜੀ ਤੁਸੀਂ ਕਹੀ ਹੈ ਉਹ ਤਾਂ ਲਿਖਿਆ ਆ, ਉਹ ਤਾਂ ਸਪੈਸ਼ਲ ਮੈਂ ਤੁਹਾਨੂੰ ਹੁਣੇ ਕੋਡ ਵੀ ਕਰਕੇ ਦਿੱਤਾ ਕਿ ਇਹਨਾਂ ਦੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਰਮੀ ਰੈਂਕ ਹੋਣਗੇ, ਫੌਜ ਵਾਲੇ ਰੈਗੂਲਰ ਰੈਂਕ ਤਾਂ ਹੋਣੇ ਹੀ ਨਹੀਂ। ਔਰ ਸੈਕੰਡ ਚੀਜ਼ ਇਹ ਆ ਕਿ ਇਹਨਾਂ ਚੋਂ ਜਿਹੜੇ ਮਤਲਬ ਕਿ ਦੁਬਾਰਾ 25% ਹੀ ਰੱਖਣੇ, ਚੌਥਾ ਹਿੱਸਾ ਉਹ ਵੀ ਉਹ ਰੱਖਣੇ ਆ ਕਿ ਦੁਬਾਰਾ ਫਿਰ ਉਹਨਾਂ ਨੂੰ ਇੱਕ ਟੈਸਟ ਦੇਣਾ ਪਏਗਾ। ਹਾਂ, ਫਿਜ਼ੀਕਲੀ ਜਿਹੜੇ ਫਿੱਟ ਹੋਣ ਸਮਝਦੇ ਹੋ ਨਾ। ਹਾਂਜੀ, ਜੋ ਰੈਗੂਲਰ ਭਰਤੀ ਵਾਸਤੇ ਜੋ ਵੀ ਮਾਪਦੰਡ ਨੇ ਕਮਿਸ਼ਨ ਵਾਸਤੇ ਜੋ ਵੀ ਹੋਣਗੇ ਉਹ ਬਾਅਦ ਦੇ ਵਿੱਚ ਐਲੀਜੀਬਲ ਹੋਣਗੇ। ਸੋ ਇਸ ਕਰਕੇ ਇਸ ਚੀਜ਼ ਦੇ ਵਿੱਚ ਤੇ ਝੋਲ ਹੀ ਝੋਲ ਹੈ ਦੀ ਖੜੀ। ਔਰ ਬਹੁਤ ਵਧੀਆ। ਵੈਸੇ ਭਰਤੀ ਹੋਣ ਦੀ ਉਮਰ ਕਿੰਨੀ ਹੈ ਜੀ? ਵੈਸੇ ਫੌਜ ਚ ਭਰਤੀ ਹੋਣ ਦੀ ਮੈਨੂੰ ਪਤਾ ਨਹੀਂ ਮਿੰਟੂ ਜੀ। 21 ਸਾਲ? 21 ਸਾਲ ਹੀ ਹੈ ਜੀ। 21 ਸਾਲ ਜਿਹੜਾ ਸਿਪਾਹੀ ਜਾਂਦਾ ਉਹ 21 ਸਾਲ ਤੱਕ ਹੀ ਜਾਂਦਾ। ਅੱਛਾ, ਤੇ ਫਿਰ ਹੁਣ ਉੱਥੇ ਉਹ ਕਿਹੜਾ ਰਹਿ ਗਿਆ ਜੇ 17 ਸਾਲ ਤੇ 4 ਸਾਲ 17 ਤੇ 21 ਹੋ ਗਏ ਤੇ ਜੇ ਉਹਦੀ ਡੇਟ ਆਫ ਬਰਥ ਇਸ ਤਰੀਕੇ ਨਾਲ ਕੈਲਕੂਲੇਸ਼ਨ ਹੋ ਗਈ ਤੇ ਉਹ 22ਵੇਂ ਦੇ ਵਿੱਚ ਪ੍ਰਵੇਸ਼ ਹੁੰਦਾ ਹੋਇਆ ਤੇ ਕਿੰਨੇ ਪਰਸੈਂਟ ਨਿਕਲਣਗੇ ਉਹਦੇ ਵਿੱਚੋਂ? 25% ਦੇ ਵਿੱਚੋਂ ਕਿੰਨੇ ਫਿੱਟ ਨਿਕਲਣਗੇ? ਦਿਸ ਇਜ਼ ਦਾ ਬਿਗ ਕੁਐਸਚਨ ਟੂ। ਅਗਲੀ ਕਾਲ ਲੈ ਲੈਣੇ ਆ, ਫਿਰ ਅਗਲਾ ਸਵਾਲ ਵੀ ਸਾਡੇ ਕੋਲ ਰੈਡੀ ਹੈ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਛੋਟਾ ਰੱਖਿਓ ਵੀਰ ਜੀ ਹੁਣ ਪਲੀਜ਼। ਆਹੀ ਜਿਹੜੀ ਤੁਸੀਂ ਹੁਣ ਗੱਲ ਕਹੀ ਹੈ ਇਹਦੇ ਵਿੱਚ ਇੱਕ ਫਨੀ ਗੱਲ ਹੈਗੀ ਆ ਵੀ 17 ਸਾਲ ਦੇ ਬੱਚੇ ਨੂੰ ਭਰਤੀ ਕਰਕੇ 21 ਸਾਲ ਦੇ ਨੂੰ ਤੁਸੀਂ ਕਿਆ ਕਹਿੰਦੇ ਆ ਬੰਦੂਕਾਂ ਬਦਾਖਾਂ ਇੰਨਾ ਖਤਰਨਾਕ ਚੀਜ਼ ਉਹਨਾਂ ਨੂੰ ਸਿਖਾ ਸਕੂ ਕੇ ਭੇਜ ਦੇਣਾ ਕਿ ਉਹਨਾਂ ਦੀ ਕੰਬੈਟ ਦੇ ਵਿੱਚ ਵੀ ਡਿਊਟੀਆਂ ਲੱਗਣਗੀਆਂ ਤੇ ਉਹ ਬੱਚਾ ਜਿਹੜਾ ਆ ਬੱਚਾ ਦਿਮਾਗ ਕਿੱਦਾਂ ਉਹਨਾਂ ਟੈਨਸ਼ਨਾਂ ਨੂੰ ਹੈਂਡਲ ਕਰੇਗਾ ਉਹ ਤੇ ਕਿੰਨੀ ਕੁ ਰਿਸਪੌਂਸਿਬਿਲਿਟੀ ਨਾਲ ਕਰੇਗਾ। ਜਦਕਿ ਇੰਡੀਆ ਦੇ ਵਿੱਚ ਤਾਂ ਵਿਆਹ ਦੀ ਏਜ ਵੀ ਕਿਆ ਕਹਿੰਦੇ 21 ਸਾਲ ਕੀਤੀ ਹੋਈ ਆ ਤੁਸੀਂ ਬਈ ਉਹ ਚੀਜ਼ ਨੂੰ ਮੈਰੀ ਨੂੰ ਹੈਂਡਲ ਕਰਨ ਦੇ ਕਾਬਿਲ ਹੈ ਨਹੀਂ, ਹਥਿਆਰਾਂ ਨੂੰ ਹੈਂਡਲ ਕਰਨ ਦੇ ਕਾਬਿਲ ਹੋ ਜਾਏਗਾ। ਬਿਲਕੁਲ 17.5 ਵਾਲਾ ਪੈਰਾਮੀਟਰ ਹੀ ਗਲਤ ਹੈ। 18 ਸਾਲ ਤੱਕ ਘੱਟੋ ਘੱਟ ਬਾਲਗ ਹੋਣ ਵਾਸਤੇ ਪੱਕੇ ਨੇ ਚਾਹੀਦਾ ਹੈ ਨਾ, ਬਾਲਗ ਮੰਨਿਆ ਜਾਂਦਾ ਬੱਚਾ। ਤਾਂ ਬਿਲਕੁਲ ਇਹ ਸਵਾਲ ਦਰੁਸਤ ਹੈ। ਦੂਜੀ ਗੱਲ ਹੈ ਕਿ ਇੰਨੀ ਛੋਟੀ ਟ੍ਰੇਨਿੰਗ ਔਰ ਉਸ ਤੋਂ ਬਾਅਦ ਯੁੱਧ ਦਾ ਮੋਰਚਾ, 6 ਮਹੀਨਿਆਂ ਦੀ ਟ੍ਰੇਨਿੰਗ ਉਸ ਤੋਂ ਬਾਅਦ ਯੁੱਧ ਦਾ ਮੋਰਚਾ। ਮੈਨੂੰ ਲੱਗਦਾ ਕਿ ਟ੍ਰੇਨਿੰਗ ਦੇ ਵਿੱਚ ਵੀ ਬਹੁਤ ਫਰਕ ਹੈ। ਆਮ ਟ੍ਰੇਨਿੰਗ ਜਿਹੜੀ ਹੈ ਦੇਖਦੇ ਹੋ ਕਿਉਂਕਿ ਮੇਰੇ ਪਿੰਡ ਦੇ ਬਹੁਤ ਸਾਰੇ ਮੁੰਡੇ ਫੌਜ ਹੁੰਦੇ ਨੇ, ਬਹੁਤ ਸਾਰੇ ਪੁਲਿਸ 'ਚ ਜਾਂਦੇ ਆ। ਸਾਡਾ ਨੰਬਰ ਹੈ ਪੂਰਾ, ਮਤਲਬ ਕਿ ਘੱਟੋ ਘੱਟ ਇਸ ਜ਼ਿਲ੍ਹੇ 'ਚੋਂ ਨੰਬਰ ਹੈ ਸਾਡਾ। ਤਾਂ ਉਹ ਜਦੋਂ ਦੇਖੀਦਾ ਉਹ ਤਾਂ ਮੇਰੇ ਖਿਆਲ ਨਾਲ ਸਾਲ 9 ਮਹੀਨੇ 10 ਮਹੀਨੇ ਟ੍ਰੇਨਿੰਗ ਕਰਦੇ ਨੇ ਪਹਿਲਾਂ। ਉਸ ਤੋਂ ਬਾਅਦ ਫਿਰ ਉਹਨਾਂ ਦੀ ਪੱਕੀ ਡਿਊਟੀ ਜਿਹੜੀ ਹੁੰਦੀ ਹੈ ਤੇ ਕੈਪਟਨ ਸਾਹਿਬ ਵੀ ਦੱਸ ਸਕਦੇ ਕਿ ਕਿੰਨੇ ਚਿਰ ਦੀ ਹੁੰਦੀ ਹੈ ਜਿਹੜੀ ਰੈਗੂਲਰ ਭਰਤੀ ਦੀ ਟ੍ਰੇਨਿੰਗ ਹੁੰਦੀ ਹੈ, ਪਰ ਉਹ ਟ੍ਰੇਨਿੰਗ ਵੀ ਜ਼ਿਆਦਾ ਹੁੰਦੀ ਹੈ। ਬਿਲਕੁਲ ਗੱਲ ਇਹ ਹੈ ਕਿ ਤੁਸੀਂ ਉਸ ਬੱਚੇ ਨੂੰ, ਜਿਹੜਾ ਬੱਚਾ ਹਾਲੇ ਛੋਟੀ ਉਮਰ ਦਾ, ਵਿਚਾਰਕ ਤੌਰ ਤੇ ਵੀ ਉਹ ਪਰਪੱਕ ਨਹੀਂ ਹੈ। ਹੋ ਸਕਦਾ ਕਿ ਫਿਜ਼ੀਕਲੀ ਵੀ ਉਹ ਉਨਾ ਪਰਪੱਕ ਨਾ ਹੋਵੇ ਜਿੰਨਾ ਯੁੱਧ ਦੇ ਮੋਰਚੇ 'ਚ ਇੱਕ ਸਿਪਾਹੀ ਦਾ ਹੋਣਾ ਚਾਹੀਦਾ, ਜ਼ਹਿਨੀ ਤੌਰ ਤੇ ਔਰ ਸਰੀਰਕ ਤੌਰ ਤੇ। 17 ਸਾਲ ਦੀ ਉਮਰ ਦਾ ਬੰਦਾ ਤਿਆਰ ਹੀ ਨਹੀਂ ਹੈ ਕਿਉਂਕਿ ਉਹ ਤਾਂ ਆਰਜ਼ੀ ਹੈ ਨਾ, ਉਹ ਤਾਂ ਆਰਜ਼ੀ ਹੈ। ਔਰ ਦੂਜੀ ਗੱਲ ਹੈ ਕਿ ਫੌਜ ਦੇ ਵਿੱਚ ਭੇਦਭਾਵ ਦੇ ਦੋਸ਼ ਪਹਿਲਾਂ ਲੱਗਦੇ ਆ, ਤਾਂ ਜਿਹੜੇ ਇਸ ਤਰ੍ਹਾਂ ਦੇ ਬੱਚੇ ਹੋਣਗੇ ਮੇਰੇ ਖਿਆਲ ਦੇ ਨਾਲ ਇਹ ਦੋਸ਼ ਵਧਣਗੇ ਫਿਰ ਬਾਅਦ ਉਹਨਾਂ ਤੋਂ ਕੁਝ ਜ਼ਿਆਦਾ ਕੰਮ ਲਿਆ ਜਾਏਗਾ ਜਾਂ ਕੁਝ ਐਸੀਆਂ ਡਿਊਟੀਆਂ ਕਰਾਈਆਂ ਜਾਣਗੀਆਂ ਤੰਗੀ ਵੰਗੀ। ਉਹ ਇੱਕ ਨਦਰ ਵਿਸ਼ਾ ਹੈ, ਇੱਕ ਹੋਰ ਵਿਸ਼ਾ ਹੈ ਉਹ ਕਿ ਉਹ ਕੀ ਉਹ ਚੀਜ਼ ਵਿਤਕਰੇਬਾਜ਼ੀ ਜਿਹਨੂੰ ਕਹੀਏ ਡਿਸਕ੍ਰਿਮੀਨੇਸ਼ਨ ਕਿ ਉਹ ਵਧੇਗੀ ਨਹੀਂ ਜਾਂ ਹੀਨ ਭਾਵਨਾ ਜਿਹੜੀ ਕਿ ਰੈਗੂਲਰਲੀ ਕੋਈ ਟ੍ਰੀਟਮੈਂਟ ਵੱਖਰਾ ਤੇ ਦੂਸਰੇ ਲਈ ਵੱਖਰਾ। ਇਹ ਕਈ ਸਵਾਲ ਨੇ ਮੇਰੇ ਖਿਆਲ ਦੇ ਨਾਲ ਲੰਮਾ ਚੌੜਾ ਕੰਮ ਹੈ ਜੀ। ਲੋ ਅਗਲੀ ਕਾਲ ਲੈ ਲੈਣੇ ਆ ਜੀ। ਫਿਰ ਸਾਡਾ ਇੱਕ ਸਵਾਲ ਬੜਾ ਤਗੜਾ ਹੈ ਕਿ ਸੁਪਰੀਮ ਕੋਰਟ ਨੇ ਜਿਹੜਾ ਬਲਡੋਜ਼ਰ ਚੱਲ ਰਿਹਾ ਉਹਦੇ ਮਾਮਲੇ 'ਚ ਸੁਣਵਾਈ ਕੀਤੀ ਹੈ। ਵੈਸੇ ਉਹ ਵੀ ਜੱਗੋਂ 13ਵਾਂ ਹੀ ਚੱਲਿਆ ਬਲਡੋਜ਼ਰ। ਜੇ ਆਪਾਂ ਨਿਰਪੱਖਤਾ ਦੇ ਨਾਲ ਕਿਸੇ ਵੀ ਇਨਸਾਨੀਅਤ ਦੀ ਨਜ਼ਰ ਦੇ ਨਾਲ ਦੇਖੀਏ ਕਿ ਕੋਈ ਨੋਟਿਸ ਭੇਜੇ ਗਏ ਨੇ ਪਹਿਲਾਂ ਜਾਂ ਉਹਨਾਂ ਨੂੰ ਕੋਈ ਦੱਸਿਆ ਗਿਆ ਕਿ ਤੁਹਾਡਾ ਘਰ ਇਲੀਗਲ ਤੌਰ ਤੇ ਬਣਿਆ, ਇਹ 'ਚ ਕੋਈ ਖਾਮੀਆਂ ਨੇ, ਤੁਹਾਨੂੰ ਤੋੜਨਾ ਪਊਗਾ, ਆਹ ਹਿੱਸਾ ਤੋੜਨਾ ਪਊਗਾ, ਉਹ ਸਾਰੇ ਦਾ ਸਾਰਾ ਘਰ ਹੀ ਗਲਤ ਬਣਿਆ ਸੀ। ਇਹ ਵੀ ਇੱਕ ਬੜਾ ਵੱਡਾ ਕੁਐਸਚਨ ਹੈ। ਨੋਟਿਸ ਮਾਂ ਨੂੰ ਪਿਓ ਨੂੰ ਭੇਜਿਆ ਜਾਂਦਾ, ਬਿੱਲ ਬੱਤੀਆਂ ਜਿਹੜਾ ਹੈ ਉਹ ਸਾਰਾ ਕੁਝ ਮਾਂ ਦੇ ਨਾਂ ਦੇ ਉੱਤੇ ਹੈ, ਪਿਓ ਦਾਦੇ ਨੇ ਖਰੇ ਉਹਨਾਂ ਨੂੰ ਉਹ ਜਾਇਦਾਦ ਦਿੱਤੀ ਹੈ। ਆਈ ਡੋਂਟ ਨੋ ਕੀ ਸਿਸਟਮ ਆ ਕੀ ਨਹੀਂ, ਕਿੰਨਾ ਕੁ ਗਲਤ ਬਣਿਆ ਸੀ, ਕਿੰਨਾ ਕੁ ਗਲਤ ਨਹੀਂ ਬਣਿਆ ਸੀ। ਘੱਟ ਗਿਣਤੀਆਂ ਦੇ ਹੀ ਗਲਤ ਬਣੇ ਨੇ, ਉੱਥੇ ਕਿਸੇ
ਮਤਲਬ ਹੋਰ ਥਾਂ ਤੇ ਵੀ ਬਲਡੋਜ਼ਰ ਚੱਲਿਆ ਕਿ ਨਹੀਂ ਚੱਲਿਆ? ਦਿਸ ਇਜ਼ ਅ ਵੈਰੀ ਬਿਗ ਕੁਐਸਚਨ। ਸੁਪਰੀਮ ਕੋਰਟ ਨੇ ਬਲਡੋਜ਼ਰ ਮਾਮਲੇ 'ਚ ਸੁਣਵਾਈ ਕੀਤੀ ਹੈ, ਪਰੰਤੂ 2 ਲਾਈਨਾਂ ਫਲੈਸ਼ ਹੋ ਰਹੀਆਂ ਨੇ, ਜ਼ਰੂਰੀ ਨੇ 1 ਬਾਏ 1 ਲੈ ਲੈਣੇ ਆ, ਫਿਰ ਵਾਈਂਡ ਅਪ ਕਰਾਂਗੇ। ਹੈਲੋ ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਦੋਨਾਂ ਨੂੰ। ਤੇ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਕਿ ਪਿਛਲੇ ਕਾਫੀ ਸਮੇਂ ਤੋਂ ਜਦ ਦੀ ਇਹ ਮੋਦੀ ਦੀ ਸਰਕਾਰ ਆਈ ਹੈ, ਸਾਡੇ ਜਿਹੜੇ ਮੇਨ ਇੰਸਟੀਟਿਊਸ਼ਨ ਆ, ਬੇਸ਼ੱਕ ਉਹ ਪੜ੍ਹਾਈ ਦੇ ਇੰਸਟੀਟਿਊਸ਼ਨ ਸੀ ਜਿਨ੍ਹਾਂ 'ਚ ਕਾਲਜਾਂ 'ਚ ਪ੍ਰੋਫੈਸਰ ਨਹੀਂ ਲੈ ਗਏ, ਔਰ ਬੇਸ਼ੱਕ ਉਹ ਮੁੱਦਾ ਰੇਲਵੇ ਦਾ ਸੀ, ਏਅਰਪੋਰਟ ਦਾ ਸੀਗਾ, ਉਹਦੇ ਸੰਦਰਭ 'ਚ ਅਗਰ ਦੇਖਿਆ ਜਾਵੇ, ਇਹਨੂੰ ਪਤਾ ਹੈਗਾ ਮੋਦੀ ਨੂੰ ਕਿ ਮੈਨੂੰ ਅਗਰ ਕੱਲ ਨੂੰ ਅਗਰ ਮੈਂ ਉਹ ਆਪ ਉਤਰੀਆਂ ਕਰਦਾ, ਔਰ ਜਿੱਦਾਂ ਤਰੀਕੇ ਦੇ ਨਾਲ ਜੱਜਸ ਦੀ ਨਿਯੁਕਤੀ ਹੋਈ ਔਰ ਆਹ ਸੁਪਰੀਮ ਕੋਰਟ ਦਾ ਜਿਹੜਾ ਤੁਸੀਂ ਡਿਸਕਸ ਕਰ ਰਹੇ ਹੋ, ਉਹਦੇ ਨਾਲ ਇਹ ਬਹੁਤ ਸੀਰੀਅਸ ਗੱਲ ਹੈ। ਹੀ ਡਜ਼ ਨਾਟ ਵਾਂਟ ਐਨੀ ਆਪੋਜੀਸ਼ਨ। ਉਹ ਇੱਕ ਆਰਮੀ ਦਾ ਮਨੋਬਲ ਬਹੁਤ ਜ਼ਿਆਦਾ ਥੱਲੇ ਡੇਗ ਰਿਹਾ ਆ ਕਿ ਕੱਲ ਨੂੰ ਮੈਨੂੰ ਕੋਈ ਚੈਲੰਜ ਨਾ ਕਰ ਸਕੇ। ਈਵਨ ਪ੍ਰਾਈਵੇਟ ਆਰਮੀ ਅੰਬਾਨੀ ਔਰ ਅੰਦਾਨੀ ਕਹਾਂ ਮੈਂ ਕੱਲ ਨੂੰ ਕਿ ਇਹਨਾਂ ਦੀ ਆਰਮੀ ਤਕੜੀ ਹੈ, ਸਾਡੇ ਨਾਲ ਤਕੜੀ ਹੈ। ਸੋ ਦਾ ਹੋਲ ਸਿਨੈਰੀਓ ਆਪਾਂ ਦੇਖੋ ਤਾਂ ਇਸ ਦੇਸ਼ ਨੂੰ ਇੱਕ ਤਰੀਕੇ ਨਾਲ ਇੱਕ ਫੋਕਾ ਜਿਹਾ ਔਰ ਕਮਜ਼ੋਰ ਦੇਸ਼ ਬਣਾ ਕੇ ਕੁਛ ਹੀ ਜਿਹੜੇ ਪਰਿਵਾਰ ਜਾਂ ਫੈਮਲੀਆਂ ਆ ਉਹਨਾਂ ਦਾ ਰਾਜ ਰਹਿਣ ਦੀ ਇਹ ਸਾਜ਼ਿਸ਼ ਹੈ। ਇਹਦੇ ਤੇ ਹਰੇਕ ਬੰਦੇ ਨੂੰ, ਚਾਹੇ ਉਹ ਇੰਡੀਆ 'ਚ ਹੈ ਜਾਂ ਬਾਹਰ ਹੈ, ਉਹਦੇ ਉੱਤੇ ਲਿਖਣਾ ਚਾਹੀਦਾ, ਪ੍ਰੋਟੈਸਟ ਕਰਨਾ ਚਾਹੀਦਾ, ਈਵਨ ਹਾਈ ਕਮਿਸ਼ਨ ਨੂੰ। ਮਿਹਰਬਾਨੀ ਜਨਾਬ। ਮੈਂ ਪ੍ਰੋਟੈਸਟ ਕਰਨ ਵਾਸਤੇ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਕਿ ਕਿਸੇ ਵੀ ਐਰੇ ਗੈਰੇ ਨੱਥੂ ਖੈਰੇ ਦੇ ਮਗਰ ਲਾ ਕੇ ਵੇਖਿਓ, ਆਪਣੀ ਜ਼ਿੰਦਗੀ ਬਰਬਾਦ ਨਾ ਕਰ ਲਿਓ। ਨਾਅਰੇਬਾਜ਼ੀ ਮਾਰਨਾ ਤੁਰ ਪਿਓ। ਇਹ ਫੁਕਰੇ ਲੋਕ ਨੇ, ਤੁਹਾਨੂੰ ਅੱਗੇ ਲਾ ਕੇ ਤੁਹਾਡੀ ਜ਼ਿੰਦਗੀ ਬਰਬਾਦ ਕਰ ਸਕਦੇ ਨੇ। ਕਿਸੇ ਵੀ ਦੇਸ਼ ਦੇ ਵਿੱਚ, ਕਿਸੇ ਵੀ ਥਾਂ ਦੇ ਉੱਤੇ, ਕਿਸੇ ਵੀ ਜਗ੍ਹਾ ਦੇ ਉੱਤੇ ਇਹਨਾਂ ਫੁਕਰਿਆਂ ਤੋਂ ਬਚ ਕੇ ਰਹੋ। ਇੱਥੇ 25 ਸਾਲ ਤੋਂ ਫੁਕਰੇ ਬੜੇ ਵੇਖੇ ਨੇ, ਇੱਥੇ ਨਾਅਰੇਬਾਜ਼ੀ ਕਰਦੇ ਨੇ ਤੇ ਮੁੜ ਕੇ ਇਹ ਉੱਥੇ ਬੈਠੇ ਹੁੰਦੇ, ਗੋਲ ਗੱਪੇ ਖਾ ਰਹੇ ਹੁੰਦੇ ਉਹ ਠੰਡੇ ਹਾਲ ਬਾਜ਼ਾਰ ਦੇ ਵਿੱਚ। ਇਹਨਾਂ ਤੋਂ ਸਾਵਧਾਨ ਰਹੋ, ਸੁਚੇਤ ਰਹੋ। ਇਹ ਤੁਹਾਨੂੰ ਖਤਮ ਕਰਨ ਲਈ ਪੈਦਾ ਕੀਤੇ ਹੋਏ ਨੇ। ਕਿਸੇ ਦੇਸ਼ ਦਾ ਝੰਡਾ, ਕਿਸੇ ਦੇਸ਼ ਦੀ ਧਰੋਹਰ ਵੇਖਿਓ ਕਿਤੇ ਇਹਨਾਂ ਦੇ ਮਗਰ ਲਾ ਕੇ ਕਿਤੇ ਧਰਤੀ ਤੇ ਨਾ ਰੋਲਿਓ। ਸਾਵਧਾਨ ਹੋਇਓ, ਸੁਚੇਤ ਹੋਇਓ, ਕਲਮ ਦੀ ਲੜਾਈ ਲੜੋ ਜੇ ਲੜਨੀ ਆ। ਹਾਂਜੀ ਮਿੰਟੂ ਜੀ। ਨਹੀਂ ਦੇਖੋ, ਸਾਡੇ ਇੱਥੇ ਪ੍ਰੋਟੈਸਟ ਸ਼ੁਰੂ ਹੋ ਚੁੱਕੇ ਆਲਰੇਡੀ। ਸਾਡੇ ਜਵਾਨ ਦੇਖੋ ਗੱਲ ਕੀ ਹੈ ਕਿ ਅਜੇ ਪੰਜਾਬ ਦੇ ਵਿੱਚੋਂ ਵੀ ਨੌਜਵਾਨ ਇਕਮੁੱਠ ਹੋਣਗੇ। ਹਾਲੇ ਇੱਧਰ ਥੋੜਾ ਜਿਹਾ ਕਹਿ ਲਓ ਕਿ ਲੇਟ ਹੁੰਦਾ ਹਮੇਸ਼ਾ, ਪਰ ਇਹਨਾਂ ਦਾ ਰਿਐਕਸ਼ਨ ਜਿਹੜਾ ਬਹੁਤ ਫਾਸਟਲੀ ਫਿਰ ਦੇਖਣ ਨੂੰ ਮਿਲਦਾ ਹੈ। ਤਾਂ ਬਿਹਾਰ ਦੇ ਵਿੱਚ ਕਿਉਂਕਿ ਦੇਖੋ ਗੱਲ ਕੀ ਹੈ ਕਿ ਜਿਹੜੇ ਬੱਚੇ ਉੱਚ ਸਿੱਖਿਆ ਤੱਕ ਨਹੀਂ ਪਹੁੰਚ ਸਕਦੇ, ਜਿਹੜੇ ਘਰ ਬੱਚੇ ਨੂੰ ਯੂਨੀਵਰਸਿਟੀ ਤੱਕ ਨਹੀਂ ਪੜ੍ਹਾ ਸਕਦੇ ਜਾਂ ਪ੍ਰੋਫੈਸ਼ਨਲ ਕੋਰਸ ਨਹੀਂ ਕਰਵਾ ਸਕਦੇ, ਉਹਨਾਂ ਵਾਸਤੇ ਫੌਜ ਇੱਕ ਰੁਜ਼ਗਾਰ ਹੈ। ਫੌਜ ਇੱਕ ਰੁਜ਼ਗਾਰ ਹੈ। ਤਾਂ ਉਹ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰੁਜ਼ਗਾਰ, ਉਹਨੂੰ ਸਦੀਵੀ ਰੁਜ਼ਗਾਰ ਕਿਹਾ ਜਾਂਦਾ। ਕਿ ਜਿਵੇਂ ਹੁਣ ਮੇਰੇ ਪਿੰਡ ਦੇ ਵਿੱਚੋਂ ਹੈ, ਭੇਡਾਂ ਚਾਰ ਦਾ ਬੱਚਾ ਫੌਜ 'ਚ ਭਰਤੀ ਹੋਇਆ, ਕਿਉਂਕਿ ਸਾਡੇ ਪਿੰਡ ਖੇਡ ਕਲਚਰ ਹੈ। ਮੈਂ ਤੁਹਾਨੂੰ ਤਾਂ ਬਾਰ-ਬਾਰ ਦੱਸ ਰਿਹਾ ਕਿ ਬਹੁਤ ਮੁੰਡੇ ਭਰਤੀ ਹੁੰਦੇ ਆ। ਸਾਡਾ ਪਿੰਡ ਕੋਈ ਬਹੁਤ ਵੱਡਾ ਪਿੰਡ ਨਹੀਂ, ਪਰ ਬਹੁਤ ਮੁੰਡੇ ਭਰਤੀ ਹੁੰਦੇ, ਰਿਕਾਰਡ ਹੈ ਸਾਡਾ। ਪਰ ਉਹ ਅੱਛਾ ਜਦੋਂ ਗਿਆ ਤਾਂ ਉਹ ਮੈਨੂੰ ਯਾਦ ਹੈ ਕਿ ਤਾਂ ਉਹ ਮੁੰਡਾ ਭੇਡਾਂ ਚਾਰਦਾ ਹੁੰਦਾ ਸੀ, ਉਹਦੇ ਪਿਓ ਦੀ ਪੱਗ ਦਾ ਰੰਗ ਹੀ ਬਦਲ ਗਿਆ, ਮੁੱਛਾਂ ਨੂੰ ਵਾਟਾ ਆਉਣ ਲੱਗ ਗਿਆ। ਔਰ ਮਤਲਬ ਕਿ ਕੋਠੀ ਵਾਲੀ ਕੁਛ ਸਾਲਾਂ 'ਚ ਯਾਰ, ਕੁਛ ਸਾਲਾਂ ਤਾਂ ਉਹ ਇੱਕ ਮਤਲਬ ਕਿ ਇੱਕ ਗਰੀਬ ਪਰਿਵਾਰ ਵਾਸਤੇ ਉਹ ਇੱਕ ਬਹੁਤ ਵੱਡੀ ਸੋਸ਼ਲ ਸਿਕਿਉਰਿਟੀ ਦੀ ਹੈ ਜੋਬ। ਤੇ ਇਸ ਕਰਕੇ ਬਿਹਾਰ ਤੇ ਯੂਪੀ, ਕਿਉਂਕਿ ਉੱਥੋਂ ਦਾ ਜ਼ਿਆਦਾਤਰ ਨੌਜਵਾਨ ਉਚੇਰੀ ਸਿੱਖਿਆ ਨਹੀਂ ਲੈ ਸਕਦਾ, ਖਾਸ ਤੌਰ ਤੇ ਗਰੀਬ ਤਬਕਾ ਜਿਹੜਾ, ਤਾਂ ਉਹਨੂੰ ਇਹ ਲੱਗਦਾ ਜਾਂ ਮੇਰੇ ਵਰਗੇ ਜਿਹੜੇ ਨਲਾਇਕ ਹੁੰਦੇ ਆ, ਫਿਜ਼ੀਕਲੀ ਸਟਰੋਂਗ ਹੋ ਗਏ, ਤਾਂ ਉਹਨਾਂ ਨੂੰ ਫੌਜ ਇੱਕ ਰੁਜ਼ਗਾਰ ਦਿਖਦਾ। ਸੋ ਇਸ ਕਰਕੇ ਪ੍ਰੋਟੈਸਟ ਉੱਥੋਂ ਸ਼ੁਰੂ ਹੋਏ ਸਭ ਤੋਂ ਪਹਿਲਾਂ। ਔਰ ਸਭ ਤੋਂ ਵੱਡੀ ਗੱਲ ਹੈ ਕਿ 2 ਭਰਤੀਆਂ ਦੇ ਵਿੱਚ ਜਿਹੜੇ ਬੱਚਿਆਂ ਨੇ ਟੈਸਟ ਕਲੀਅਰ ਕਰ ਰੱਖੇ ਸੀਗੇ, ਉਹਨਾਂ ਦਾ ਵੀ ਬੜਾ ਵਰਕ ਕਰ ਦਿੱਤਾ ਕਿ ਤੁਸੀਂ ਪਹਿਲਾਂ ਅਫੀਸ਼ੀਅਲ ਭਰਤੀ ਕਰਕੇ ਟੈਸਟ ਲੈ ਲਏ, ਸਾਰਾ ਕੁਝ ਹੋ ਗਿਆ, ਫਿਜ਼ੀਕਲ ਉਹਨਾਂ ਨੇ ਕੱਢ ਲਿਆ, ਤੁਸੀਂ ਹੁਣ ਉਹਨਾਂ ਨੂੰ ਵੀ ਓਵਰੇਜ ਕਰ ਦਿੱਤਾ। ਮਿੰਟੂ ਜੀ, ਮੇਰੇ ਨਾਲ ਵੈਸੇ ਸਵਾਲ ਤਾਂ ਮੈਂ ਵੀ ਲੈਣਾ ਸੀ ਸੁਪਰੀਮ ਕੋਰਟ ਦੇ ਬਲਡੋਜ਼ਰ ਵਾਲਾ, ਚਲੋ ਅਸੀਂ ਫੇਰ ਕਵਰ ਕਰ ਲਾਂਗੇ, ਪਰੰਤੂ ਇੱਕ ਕੁਇਕਲੀ ਕਾਲ ਹੋਰ ਹੈ, ਮੈਂ ਚਾਹਾਂਗਾ ਥੋੜਾ ਸਮਾਂ ਲੈ ਕੇ ਕਾਲ ਪੂਰੀ ਕੀਤੀ ਜਾਵੇ ਜੀ, ਮਿਹਰਬਾਨੀ। ਹੈਲੋ। ਹਾਂ ਮਿੰਟੂ ਗਸਰੀਆ ਜੀ, ਦੇਖੋ ਫੌਜ ਵਿੱਚ ਇਸ ਵੇਲੇ ਮੈਟ੍ਰਿਕ ਪਾਸ ਚਾਹੀਦਾ ਹੈ। ਪਹਿਲਾਂ 17 ਸਾਲ ਹੁੰਦੀ, ਹੁਣ 17.5।
ਅੱਛਾ MLA ਤੇ MP ਵਾਸਤੇ ਕੁਆਲੀਫਿਕੇਸ਼ਨ ਹੀ ਕੋਈ ਨਹੀਂ, ਔਰ ਉਹਦੀ ਉਮਰ ਵੀ ਕੋਈ ਨਹੀਂ, ਭਾਵੇਂ ਬੁੱਢਾ ਕੋਈ ਖੜਾ ਹੋ ਜੇ, ਔਰ ਇੱਥੇ 17 ਸਾਲ ਦਾ ਚਾਹੀਦਾ ਤੇ ਕਮ ਸੇ ਕਮ ਇੱਕ ਸਿਪਾਹੀ 15 ਸਾਲ ਨੌਕਰੀ ਕਰੂ ਫਿਰ ਉਹ ਪੈਨਸ਼ਨ ਦਾ ਹੱਕਦਾਰ ਹੁੰਦਾ। ਲੇਕਿਨ MP ਤੇ MLA ਇਹਨਾਂ ਆਪਾਂ ਕਰ ਲਈਏ ਗੱਲ ਵਿੱਚ ਕਸਮ ਖਾ ਲਈ ਨਾ, ਉਹ ਪੈਨਸ਼ਨ ਦਾ ਹੱਕਦਾਰ ਹੋ ਜਾਂਦਾ। ਇਹ ਲਾ ਇਹਨਾਂ ਨੇ ਕਰ ਲਈ ਗੱਲ ਆਪਾਂ ਨੇ ਬਣਾਇਆ ਸੀ, ਮੈਨੂੰ ਯਾਦ ਆ ਉਹਦੀ ਸਰਕਾਰ ਟੁੱਟਣ ਵਾਲੀ ਸੀ। ਸਾਡੀ ਹਾਲਤ ਆ ਵੇਖ ਲਓ। ਥੈਂਕ ਯੂ ਜੀ ਕੈਪਟਨ ਸਾਹਿਬ। ਘੱਟੋ ਘੱਟ 10 ਸਾਲ ਦਾ ਪੀਰੀਅਡ ਹੋਵੇ, 10 ਸਾਲ ਦਾ ਪੀਰੀਅਡ ਹੋਵੇ ਤਾਂ ਬੱਚੇ ਦੀ ਉਦੋਂ ਤੱਕ ਸ਼ਾਦੀ ਹੋ ਜਾਵੇ, ਉਹਦੀ ਸੋਸ਼ਲ ਸਿਕਿਉਰਿਟੀ ਕੁਝ ਹੋਰ ਬਚਣੀ ਹੋਵੇ ਕਿ ਕੋਈ ਉਹਨੂੰ 20-25 ਲੱਖ ਆਉਣ ਲੱਗਿਆ, ਉੱਕਾ ਪੁੱਕਾ ਮਿਲੇ, ਆਪਦਾ ਕੋਈ ਆ ਕੇ ਰੁਜ਼ਗਾਰ ਸੈੱਟ ਕਰ ਲਏ ਉਸ ਹਿਸਾਬ ਨਾਲ। ਮੇਰੇ ਖਿਆਲ ਦੇ ਨਾਲ ਉਹ ਘੱਟੋ ਘੱਟ ਮਿਨੀਮਮ 10 ਸਾਲ ਤੱਕ ਚਾਹੀਦੀ ਹੈ। ਜੇ ਤੁਸੀਂ ਉਹ ਕੱਟ ਵੀ ਕਰਨਾ ਜਾਂ ਪੈਨਸ਼ਨ ਤੋਂ ਆਪਣਾ ਬਜਟ ਬਚਾਉਣਾ ਵੀ, ਮਿਨੀਮਮ ਤੋਂ ਮਿਨੀਮਮ 10 ਸਾਲ ਤਾਂ ਚਾਹੀਦੀ ਹੈ ਨਾ। 10 ਸਾਲ ਦਾ ਪੀਰੀਅਡ ਤਾਂ ਉਹੀ ਲੰਘ ਜਾਂਦਾ ਜੀ। ਸਾਡੇ ਤੋਂ ਕਈ ਛੋਟੇ ਬਾਅਦ ਸਾਡੇ ਨਾਲ ਮੁੰਡਾ ਖੇਡਦਾ ਹੁੰਦਾ ਸੀਗਾ ਅਸੀਂ ਭਾਈਚਾਰੇ ਚੋਂ, ਤੇ ਸਾਡੇ ਪਿੰਡ ਦਾ ਅਸੀਂ ਅੱਛੀ ਪਾ ਲਿਆ ਤੇ ਉਹ ਮੈਨੂੰ ਲੱਗਦਾ ਨਵੰਬਰ ਤੇ ਅੱਛੀ ਰਿਟਾਇਰ ਹੋ ਕੇ ਆਉਣ ਵਾਲਾ ਵੀ ਹੈ। ਭਰਤੀ ਹੋ ਕੇ ਗੱਲ ਹੈ ਕਿ ਪੀਰੀਅਡ ਤਾਂ ਨਾਲ ਦੀ ਨਾਲ ਹੀ ਲੰਘ ਜਾਂਦਾ, ਅੱਖ ਚ ਮੱਕਦੇ ਤੁਹਾਨੂੰ ਪਤਾ ਜੀ। ਬਿਲਕੁਲ 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 ਬਿਲਕੁਲ। ਸਾਡੇ ਨਾਲ ਪੜ੍ਹਦੇ ਹੁੰਦੇ ਸੀ, ਅਸੀਂ ਵੇਖਿਆ ਕਿ ਉਹ ਥੋੜੇ ਸਮੇਂ ਬਾਅਦ ਵੇਖਿਆ ਜੇ ਰਿਟਾਇਰ ਵੀ ਹੋ ਕੇ ਆ ਗਏ ਤੇ ਨਾਲ ਪੈਨਸ਼ਨਾਂ ਵੀ ਮਿਲਦੀਆਂ ਤੇ ਨਾਲੇ ਉਹਨਾਂ ਨੇ ਆਪਣੇ ਆਗੇ ਕਾਰੋਬਾਰ ਵੀ ਮਾੜੇ ਮੋਟੇ ਸ਼ੁਰੂ ਕਰ ਲਏ ਸੀਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਸੋ ਨਾਈਸ। ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।